ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਤੇ ਸ਼ੁਰੂਆਤ ਕਰਾਂਗੇ ਅਸੀਂ ਮੌਸਮ ਤੋਂ। ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਹਾਲਾਂਕਿ ਕਈ ਸ਼ਹਿਰਾਂ ਦੇ ਵਿੱਚ ਧੁੱਪ ਦਿਖਾਈ ਦਿੱਤੀ ਹੈ, ਪਰ ਠੰਡ ਦੇ ਕਾਰਨ ਧੁੱਪ ਦਾ ਵੀ ਕੋਈ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਦਿੱਤਾ ਤੇ ਮੌਸਮ ਵਿਭਾਗ ਵੱਲੋਂ ਅਗਲੇ ਯਾਨੀ ਕਿ 4 ਦਿਨਾਂ ਤੱਕ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਆਉਣ ਦੀ ਜਿਹੜੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ 3 ਜਨਵਰੀ ਨੂੰ ਔਰੇਂਜ ਅਲਰਟ ਤੇ 4 ਤੋਂ ਲੈ ਕੇ 6 ਜਨਵਰੀ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। 6 ਜਨਵਰੀ ਤੱਕ ਸੰਘਣੀ ਧੁੰਦ ਪੈਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਹੈ। ਪੰਜਾਬ ਦਾ ਦੁਆਬਾ ਤੇ ਮਾਝਾ ਖੇਤਰ ਜਿਹੜਾ ਹੈਗਾ ਸਵੇਰੇ 2 ਵਜੇ ਤੱਕ ਧੁੰਦ ਦੀ ਲਪੇਟ ਦੇ ਵਿੱਚ ਹੀ ਦਿਖਾਈ ਦਿੱਤਾ। ਮੌਸਮ ਵਿਭਾਗ ਨੇ ਕਿਹਾ ਕਿ ਸਵੇਰੇ 7 ਵਜੇ ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਨੂੰ ਸੀਤ ਲਹਿਰ ਅਤੇ ਧੁੰਦ ਬਾਰੇ ਸੁਚੇਤ ਕੀਤਾ ਜਾਣਾ ਚਾਹੀਦਾ ਤੇ ਇਸ ਕਰਕੇ ਸਾਡੀ ਵੀ ਸਲਾਹ ਹੈ ਕਿ ਜੇਕਰ ਬਹੁਤਾ ਹੀ ਜ਼ਰੂਰੀ ਹੋਵੇ ਤਾਂ ਹੀ ਇਸ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੇ ਵਿੱਚ ਘਰੋਂ ਬਾਹਰ ਨਿਕਲਿਆ ਜਾ ਸਕੇ। ਹਾਲਾਂਕਿ ਕਈਆਂ ਦੀਆਂ ਮਜਬੂਰੀਆਂ ਨੇ, ਦਫ਼ਤਰਾਂ ਦੇ ਵਿੱਚ ਜਾਣਾ ਹੁੰਦਾ ਹੈ, ਤਾਂ ਇਸ ਕਰਕੇ ਆਪਣੇ ਵਾਹਨਾਂ ਦੇ ਜਿਹੜੇ ਡਿੱਪਰ ਹੈਗੇ ਆ ਉਹਨਾਂ ਦੀ ਵਰਤੋਂ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ ਤਾਂ ਜੋ ਇਸ ਧੁੰਦ ਦੇ ਵਿੱਚ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਤੁਹਾਡੀ ਗੱਡੀ ਜਿਹੜੀ ਹੈ, ਤੁਹਾਡਾ ਮੋਟਰਸਾਈਕਲ ਹੈ ਜਾਂ ਕੋਈ ਵੀ ਸਾਧਨ ਹੈ ਉਹ ਦਿਖਾਈ ਦਿੰਦਾ ਰਵੇ। ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਜੋ ਦੇਖਣ ਨੂੰ ਮਿਲਿਆ, ਸੰਘਣੀ ਧੁੰਦ ਵੀ ਛਾਈ ਹੈ ਜਿਸ ਦੇ ਨਾਲ ਵਿਜ਼ਿਬਿਲਿਟੀ ਵੀ ਬਹੁਤ ਹੀ ਘੱਟ ਦਿਖਾਈ ਦਿੱਤੀ ਹੈ। ਤਾਂ ਅਜਿਹਾ ਇੱਕ ਹੋਰ ਹਾਦਸਾ ਵਾਪਰ ਜਾਂਦਾ ਹੈ ਸੰਘਣੀ ਧੁੰਦ ਦੇ ਕਾਰਨ। ਅੰਮ੍ਰਿਤਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਨੇੜੇ ਬਟਾਲਾ ਵਿਖੇ ਵੱਖ-ਵੱਖ ਸੜਕ ਹਾਦਸੇ ਵਾਪਰਿਆ ਤੇ ਰਾਤ ਦੀ ਗੱਲ ਰਹੀ ਕਿ ਇਨ ਹਾਦਸਿਆਂ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਸੱਟਾਂ ਜ਼ਰੂਰ ਵੱਜੀਆਂ ਨੇ। ਇਸ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਵਾਇਆ ਬਟਾਲਾ, ਤਾਂ ਇਸ ਦੇ ਉੱਪਰ 3 ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੇ ਪਿੱਛੇ ਆ ਰਹੇ ਟਰੱਕ ਨੇ ਜਿਹੜੀ ਹੈ ਸਿੱਧੀ ਟੱਕਰ ਮਾਰ ਦਿੱਤੀ ਤੇ ਇਹਨਾਂ ਹਾਦਸਿਆਂ ਦੇ ਵਿੱਚ 2 ਡਰਾਈਵਰ ਤੇ 1 ਟਿੱਪਰ ਦਾ ਡਰਾਈਵਰ ਤੇ ਨਾਲ ਦੀ ਨਾਲ ਕਾਰ ਦੇ ਵਿੱਚ ਸਵਾਰ ਜਿਹੜੇ ਲੋਕ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਬਟਾਲਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਤੇ ਗੱਡੀ ਚਾਲਕਾਂ ਨੇ ਦੱਸਿਆ ਕਿ ਧੁੰਦ ਦੇ ਚੱਲਦੇ ਸੜਕ ਤੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ, ਇਸ ਕਰਕੇ ਇਹ ਹਾਦਸਾ ਵਾਪਰ ਜਾਂਦਾ ਹੈ। ਅਗਲੀ ਖਬਰ ਆਂਗਣਵਾੜੀ ਸੈਂਟਰਾਂ ਦੇ ਨਾਲ ਜੁੜੀ ਹੋਈ ਹੈ। ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਸਰਕਾਰੀ ਤੇ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ ਛੁੱਟੀਆਂ ਨੂੰ ਲੈ ਕੇ, ਤਾਂ ਹੁਣ ਜਿਹੜੇ ਆਂਗਣਵਾੜੀ ਵਿਭਾਗ ਦੇ ਵਿੱਚ ਵੀ ਆਂਗਣਵਾੜੀ ਸੈਂਟਰ ਜਿੰਨੇ ਵੀ ਹੋਣਗੇ ਉਹਨਾਂ ਦੇ ਵਿੱਚ 8 ਜਨਵਰੀ 2023 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰ ਜਿਹੜੇ ਆ ਹੁਣ ਉਹ 9 ਜਨਵਰੀ ਨੂੰ ਦੁਬਾਰਾ ਤੋਂ ਖੁੱਲਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਕੂਲਾਂ ਧੁੰਦ ਦੇ ਕਾਰਨ ਸਕੂਲਾਂ ਤੇ ਬੱਚਿਆਂ ਮਾਪਿਆਂ ਤੇ ਅਧਿਆਪਕਾਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਸੀ ਕਿ ਜਨਵਰੀ ਤੱਕ ਸਕੂਲ ਬੰਦ ਰੱਖੇ ਜਾਣਗੇ, ਕਿਉਂਕਿ ਸੂਬੇ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ। ਉਧਰ ਜ਼ੀਰਾ ਦੇ ਵਿੱਚ ਫੈਕਟਰੀ ਹਟਾਓ ਇਲਾਕਾ ਬਚਾਓ ਨਾਅਰੇ ਦੇ ਤਹਿਤ ਮੋਰਚਾ ਜਿਹੜਾ ਹੈ ਇਸ ਕੜਾਕੇ ਦੀ ਠੰਡ ਦੇ ਵਿੱਚ ਵੀ ਲਗਾਤਾਰ ਜਾਰੀ ਹੈ। ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਅੱਜ ਜਿਹੜਾ ਜ਼ੀਰਾ ਮੋਰਚੇ ਤੇ ਕਈ ਵੱਡੇ ਫੈਸਲੇ ਲਏ ਗਏ ਨੇ। ਜ਼ੀਰਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਬਣਾਈਆਂ ਕਮੇਟੀਆਂ ਨੂੰ ਮੋਰਚਾ ਸਹਿਯੋਗ ਨਹੀਂ ਕਰੇਗਾ, ਕਿਉਂਕਿ ਇਸ ਤਰ੍ਹਾਂ ਇਹਨਾਂ ਨਾਲ ਜੋ ਇਹ ਕਰ ਰਹੇ ਨੇ, ਸਰਕਾਰ ਜੋ ਕਰ ਰਹੀ ਹੈ, ਇਹਨਾਂ ਨੇ ਫੈਕਟਰੀ ਦੇ ਹੱਕ ਦੇ ਵਿੱਚ ਹੀ ਭੁਗਤਣਾ, ਇਸ ਕਰਕੇ ਮੋਰਚਾ ਕੋਈ ਵੀ ਸਹਿਯੋਗ ਜਿਹੜਾ ਉਹ ਨਹੀਂ ਦੇਵੇਗਾ। ਮੋਰਚੇ ਨੇ ਇੱਕ ਹੋਰ ਐਲਾਨ ਕੀਤਾ ਹੈ ਕਿ 3 ਅਤੇ 4 ਜਨਵਰੀ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੱਢਿਆ ਜਾਵੇਗਾ ਤੇ ਮੋਰਚੇ ਤੇ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਕਾਲੀਆਂ ਪੱਟੀਆਂ ਬੰਨਣ ਤੇ ਨਾਲ ਦੀ ਨਾਲ ਇਲਾਕੇ ਦੇ ਜ਼ੀਰਾ ਸ਼ਰਾਬ ਫੈਕਟਰੀ ਦੇ ਨੇੜੇ ਤੇੜੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਤੇ ਕਾਲੀਆਂ ਝੰਡੀਆਂ ਜ਼ਰੂਰ ਲਗਾਉਣ। 6 ਜਨਵਰੀ ਨੂੰ ਮੋਰਚੇ ਤੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਦੇ ਵਿੱਚ ਕੁਝ ਦਿਨ ਪਹਿਲਾਂ ਕਿਡਨੀਆਂ ਫੇਲ ਹੋਣ ਕਰਕੇ ਜਿਸ ਨੌਜਵਾਨ ਰਾਜਵੀਰ ਸਿੰਘ ਦੀ ਮੌਤ ਹੋਈ ਸੀ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜ਼ੀਰਾ ਮੋਰਚਾ ਦੇ ਆਗੂਆਂ ਨੇ ਅੱਜ ਸਵੇਰੇ ਵਾਪਰੀ ਘਟਨਾ ਬਾਰੇ ਦੱਸਿਆ ਕਿ ਸਵੇਰੇ ਫੈਕਟਰੀ ਦੇ 2 ਨੰਬਰ ਗੇਟ ਤੋਂ ਕੁਝ ਲੋਕਾਂ ਨੇ ਚੋਰੀ ਛਿਪੇ ਫੈਕਟਰੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਜਦ ਕਿਸਾਨਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹ ਮੌਕੇ ਤੋਂ ਫਰਾਰ ਹੋਣ ਦੀ ਮੌਕੇ ਤੋਂ ਫਰਾਰ ਹੋਣ ਲੱਗੇ। ਪਰ ਕਿਸਾਨਾਂ ਨੇ ਉਹਨਾਂ ਨੂੰ ਜਿਹੜਾ ਹੈ ਗੱਡੀ ਚੜਨ ਦਾ ਵੀ ਉਹਨਾਂ ਨੇ ਜਿਹੜੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਸਾਨਾਂ ਦੇ ਉੱਪਰ ਗੱਡੀ ਚਾੜਨ ਦੀ ਵੀ ਕੋਸ਼ਿਸ਼ ਕੀਤੀ ਤੇ ਇਹਨਾਂ ਸਾਰਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰ ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਤੇ ਕੋਈ ਵੀ ਕੇਸ ਨਹੀਂ ਬਣਦਾ, ਜਦ ਕਿ ਇਹ ਤੈਅ ਹੋਇਆ ਸੀ ਕਿ ਇਸ ਗੇਟ ਲਾਗੇ ਜੋ ਸ਼ਰਾਬ ਫੈਕਟਰੀ ਦਾ ਮੇਨ ਗੇਟ ਹੈਗਾ ਉਸ ਗੇਟ ਲਾਗੇ ਕੋਈ ਵੀ ਨਹੀਂ ਜਾ ਪਾਏਗਾ। ਪਰ ਫਿਰ ਵੀ ਲੋਕ ਚੋਰੀ ਛਿਪੇ ਫੈਕਟਰੀ ਦੇ ਅੰਦਰ
ਕੀ ਕਰਨ ਜਾ ਰਹੇ ਨੇ। ਇਹ ਸਵਾਲ ਜਿਹੜੇ ਨੇ ਇਹ ਕਿਸਾਨ ਪ੍ਰਸ਼ਾਸਨ ਨੂੰ ਕਰ ਰਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਚੋਰੀ ਛਿਪੇ ਲੋਕ ਅੰਦਰ ਵੜ ਰਹੇ ਆ ਤੇ ਅੰਦਰ ਵੜ ਕੇ ਕੀ ਕਰਨਾ ਚਾਹੁੰਦੇ ਨੇ। ਜਲੰਧਰ ਦਾ ਲਤੀਪੁਰਾ ਤੁਹਾਨੂੰ ਯਾਦ ਹੋਵੇਗਾ, ਜਿੱਥੇ 50 ਦੇ ਕਰੀਬ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਗਿਆ ਸੀ ਜਲੰਧਰ ਇੰਪਰੂਵਮੈਂਟ ਟਰਸਟ ਵੱਲੋਂ। ਤਾਂ ਹੁਣ ਮੁੜ ਵਸੇਵਾ ਜਿਹੜਾ ਮੋਰਚਾ ਹੈਗਾ ਲਤੀਪੁਰਾ, ਇਸ ਨੇ ਐਲਾਨ ਕੀਤਾ ਹੈ ਔਰ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਨੇ ਉਹਨਾਂ ਨੂੰ ਘਰ ਅਲਾਟ ਨਹੀਂ ਕੀਤੇ, ਜਿਸ ਜਗ੍ਹਾ ਤੇ ਮਕਾਨ ਪਹਿਲਾਂ ਬਣੇ ਹੋਏ ਸੀ ਉਸ ਜਗ੍ਹਾ ਤੇ ਮੁੜ ਤੋਂ ਉਹਨਾਂ ਨੂੰ ਜ਼ਮੀਨ ਤੇ ਮਕਾਨ ਨਹੀਂ ਬਣਾ ਕੇ ਦਿੱਤੇ, ਤਾਂ ਫਿਰ 16 ਜਨਵਰੀ ਨੂੰ ਰੇਲ ਰੋਕੋ ਤੇ ਨਾਲ ਦੀ ਨਾਲ ਸੜਕ ਰੋਕੋ ਮਾਰਚ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 16 ਜਨਵਰੀ ਦਾ ਟਾਈਮ ਦਿੱਤਾ ਹੋਇਆ। ਇਸ ਦੇ ਵਿਚਾਲੇ ਜੇਕਰ ਪ੍ਰਸ਼ਾਸਨ ਜਾਂ ਫਿਰ ਇੰਪਰੂਵਮੈਂਟ ਟਰਸਟ ਕੋਈ ਫੈਸਲਾ ਲੈਂਦਾ ਹੈ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਉੱਥੇ ਮਕਾਨ ਦਿੱਤੇ ਜਾਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਫਿਰ 16 ਜਨਵਰੀ ਤੋਂ ਬਾਅਦ ਧੰਨੋਵਾਲੀ ਫਾਟਕ ਜਿਹੜਾ ਹੈ ਉਹ ਪੂਰਾ ਜਾਮ ਕਰ ਦਿੱਤਾ ਜਾਵੇਗਾ। ਜਲੰਧਰ ਤੋਂ ਜਦੋਂ ਤੁਸੀਂ ਲੁਧਿਆਣਾ ਨੂੰ ਨਿਕਲਦੇ ਹੋ ਤਾਂ ਰਾਮਾ ਮੰਡੀ ਆਉਂਦੀ ਹੈ ਜਲੰਧਰ ਤੋਂ ਅੱਗੇ, ਤੇ ਫਿਰ ਉਸ ਤੋਂ ਬਾਅਦ ਧੰਨੋਵਾਲ ਫਾਟਕ ਆਉਂਦਾ ਹੈ ਤੇ ਧੰਨੋਵਾਲ ਰੇਲਵੇ ਫਾਟਕ ਦੇ ਨਾਲ ਹੀ ਨੈਸ਼ਨਲ ਹਾਈਵੇ ਹੈ ਜੋ ਅੰਮ੍ਰਿਤਸਰ ਨੂੰ ਦਿੱਲੀ ਦੇ ਨਾਲ ਜੋੜਦਾ ਹੈ। ਤੇ ਇਹੀ ਰੋਡ ਜਿਹੜਾ ਹੈਗਾ ਹੈ ਅੰਮ੍ਰਿਤਸਰ ਨੂੰ ਜਾਂਦਾ, ਪਠਾਨਕੋਟ ਨੂੰ ਜਾਂਦਾ, ਸ਼੍ਰੀਨਗਰ ਨੂੰ ਜਾਂਦਾ। ਤਾਂ ਇਹ ਜਲੰਧਰ ਦੇ ਵਿੱਚ ਰਾਮਾ ਮੰਡੀ ਤੋਂ ਅੱਗੇ ਹੈ ਧੰਨੋਵਾਲ ਫਾਟਕ ਤੇ ਜਿਹੜੇ ਹੈ ਕਿਸਾਨ ਵੀ ਇਸ ਮੋਰਚੇ ਦੇ ਵਿੱਚ ਹਾਸਲ ਜਿਹੜੇ ਆ ਉਹਨਾਂ ਦੀ ਹਮਾਇਤ ਪਾ ਰਹੇ ਆ ਤੇ ਇਸ ਕਰਕੇ ਹੁਣ ਮੋਰਚੇ ਨੇ ਫੈਸਲਾ ਕੀਤਾ ਹੈ 16 ਜਨਵਰੀ ਦੀ ਆਖਰੀ ਡੇਟ ਹੈ। ਜੇਕਰ ਫੈਸਲਾ ਨਹੀਂ ਹੁੰਦਾ ਤਾਂ ਫਿਰ 16 ਨੂੰ ਦੁਬਾਰਾ ਤੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਚੱਕਾ ਜਾਮ ਹੋਵੇਗਾ। ਉਧਰ ਸ਼ੰਭੂ ਬਾਰਡਰ ਦੇ ਉੱਪਰ ਟਰੱਕ ਯੂਨੀਅਨ ਵੱਲੋਂ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਟਰੱਕ ਖੜੇ ਕਰਕੇ, ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਇੱਕ ਮੀਟਿੰਗ ਦਾ ਸੱਦਾ ਦਿੱਤਾ ਗਿਆ ਟਰੱਕ ਆਪਰੇਟਰਾਂ ਨੂੰ, ਟਰੱਕ ਯੂਨੀਅਨ ਨੂੰ। ਔਰ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪ ਖੁਦ ਆਉਂਦੇ ਜਾਂ ਫਿਰ ਟਰਾਂਸਪੋਰਟ ਮੰਤਰੀ ਇੱਥੇ ਪਹੁੰਚਦੇ ਨੇ। ਪਰ ਫਿਲਹਾਲ ਸਬ ਕਮੇਟੀ ਜੋ ਸਰਕਾਰ ਦੀ ਹੈਗੀ ਹੈ ਉਸਨੇ ਮੀਟਿੰਗ ਦਾ ਜਿਹੜਾ ਹੈ ਸੱਦਾ ਦਿੱਤਾ ਹੈ। 4 ਜਨਵਰੀ ਨੂੰ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਤੇ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਕੀ ਫੈਸਲਾ ਨਿਕਲ ਜਾਂਦਾ ਹੈ। ਟਰਾਂਸਪੋਰਟਰ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਸ਼ੰਭੂ 'ਚ ਅੰਬਾਲਾ ਰਾਜਪੁਰਾ ਹਾਈਵੇ ਤੇ ਅਣਮਿੱਥੇ ਸਮੇਂ ਦੇ ਲਈ ਬੈਠੇ ਹੋਏ ਨੇ। ਪੰਜਾਬ ਸਰਕਾਰ ਨੇ ਕੁਝ ਮਹੀਨਾ ਪਹਿਲਾਂ ਟਰੱਕ ਯੂਨੀਅਨਾਂ ਜਿਹੜੀਆਂ ਭੰਗ ਕਰ ਦਿੱਤੀਆਂ ਸੀ, ਜਿਸ ਦੇ ਰੋਸ ਵਜੋਂ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਫਿਲਹਾਲ ਸਰਕਾਰ ਪਹਿਲੀ ਮੀਟਿੰਗ ਜਿਹੜੀ ਆ ਉਹ ਸੱਦ ਰਹੀ ਹੈ ਤਾਂ ਇਸ ਦੇ ਵਿੱਚ ਦੇਖਣਾ ਹੋਵੇਗਾ ਕੀ ਫੈਸਲਾ ਨਿਕਲਦਾ ਹੈ, ਕੀ ਧਰਨੇ ਜਿਹੜੇ ਆ ਉਹ ਲੱਗਣਗੇ ਜਾਂ ਫਿਰ ਟਰੱਕ ਯੂਨੀਅਨ ਦੇ ਆਪਰੇਟਰ ਡਰਾਈਵਰ ਜਿਹੜੇ ਆ ਉਹ ਵਾਪਸ ਘਰਾਂ ਨੂੰ ਆ ਜਾਣਗੇ। ਤਾਂ ਟਰੱਕ ਯੂਨੀਅਨ ਦੀ ਇਸ ਸਟ੍ਰਾਈਕ ਦੇ ਨਾਲ ਹੁਣ ਅੰਬਾਲਾ ਪੁਲਿਸ ਵੱਲੋਂ ਰੂਟ ਜਿਹੜੇ ਆ ਮੋੜ ਦਿੱਤੇ ਗਏ ਨੇ। ਦਿੱਲੀ ਤੋਂ ਜਿਹੜੇ ਲੋਕ ਪੰਜਾਬ ਨੂੰ ਆ ਰਹੇ ਆ ਉਹਨਾਂ ਨੂੰ ਰਸਤਾ ਜਿਹੜਾ ਡਾਇਵਰਟ ਕਰਕੇ ਮਟਹੇੜੀ ਰਾਹੀਂ ਘਨੌਰ ਫਿਰ ਰਾਜਪੁਰਾ ਹੁੰਦੇ ਹੋਏ ਪੰਜਾਬ ਦੇ ਵਿੱਚ ਐਂਟਰੀ ਮਿਲ ਰਹੀ ਹੈ। ਜੇਕਰ ਤੁਸੀਂ ਵੀ ਦਿੱਲੀ ਤੋਂ ਆ ਰਹੇ ਹੋ ਤਾਂ ਰੂਟ ਯਾਦ ਕਰ ਲਓ ਕਿ ਅੰਬਾਲਾ ਤੋਂ ਰੂਟ ਮੋੜ ਦਿੱਤੇ ਗਏ ਨੇ, ਮਟਹੇੜੀ ਵੱਲੋਂ ਘਨੌਰ ਤੋਂ ਫਿਰ ਰਾਜਪੁਰਾ ਰਸਤੇ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ। ਤੇ ਇਸ ਤੋਂ ਇਲਾਵਾ ਬਲਦੇਵ ਨਗਰ ਤੋਂ ਸਰਸਿਨੀ ਅਤੇ ਟਿਵਾਣਾ ਰਾਹੀਂ ਸ਼ੰਭੂ ਸਰਹੱਦ ਤੋਂ ਪਾਰ ਪੰਜਾਬ ਵੀ ਭੇਜਿਆ ਜਾ ਰਿਹਾ ਤੇ ਇਹ ਰੂਟ ਜਿਹੜੇ ਆ ਤੁਸੀਂ ਧਿਆਨ ਦੇ ਨਾਲ ਆਪਣੇ ਜ਼ਿਹਨ ਦੇ ਵਿੱਚ ਰੱਖ ਸਕਦੇ ਹੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਆਮ ਲੋਕਾਂ ਵੱਲੋਂ ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੰਗਰੂਰ ਨੇੜੇ ਤੇੜੇ ਦੇ 10 ਪਿੰਡਾਂ ਵਿੱਚ 400 ਟਰੈਕਟਰਾਂ ਦੇ ਨਾਲ ਮਾਰਚ ਕੱਢਿਆ। ਲੋਕਾਂ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਤੂਆਣਾ ਸਾਹਿਬ ਵਿਖੇ ਬਣ ਜਾ ਰਹੇ ਮੈਡੀਕਲ ਕਾਲਜ ਦੇ ਰਾਹ ਦੇ ਵਿੱਚ ਅੜਿੱਕਾ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਲਜ ਵਾਲੀ ਥਾਂ ਉੱਤੇ ਆਪਣਾ ਦਾਅਵਾ ਜਤਾ ਰਹੀ ਹੈ। ਹਾਲਾਂਕਿ ਐਸਜੀਪੀਸੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਸਪਸ਼ਟੀਕਰਨ ਵੀ ਦਿੱਤਾ ਹੈ। ਮਸਤੂਆਣਾ ਸਾਹਿਬ ਦੀ ਜ਼ਮੀਨ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਨਸੀਹਤ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਤੇ ਝੂਠਾ ਇਲਜ਼ਾਮ ਲਗਾਇਆ ਕਿ ਅੰਗੀਠਾ ਸਾਹਿਬ ਮਸਤੂਆਣਾ ਵਿਖੇ 25 ਏਕੜ ਵਿੱਚੋਂ ਜੋ ਸਰਕਾਰੀ ਹਸਪਤਾਲ ਬਣਨ ਜਾ ਰਿਹਾ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰੋਕ ਲਗਾ ਕੇ ਸਟੇ ਲੈ ਲਈ ਗਈ ਹੈ। ਹਾਲਾਂਕਿ ਧਾਮੀ ਨੇ ਸਾਫ਼ ਕਿਹਾ ਕਿ ਇਸ ਜ਼ਮੀਨ ਦੇ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਸਟੇ ਨਹੀਂ ਲਈ ਗਈ ਔਰ ਸੰਗਤ ਨੂੰ ਕਿਹਾ ਕਿ ਸੰਗਤ ਨੂੰ ਭਗਵੰਤ ਮਾਨ ਸਰਕਾਰ ਗੁੰਮਰਾਹ ਨਾ ਕਰੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਈ ਵੀ ਦੋਸ਼ ਲਾਉਣ ਤੋਂ ਪਹਿਲਾਂ ਸਾਰੇ ਤੱਥਾਂ ਤੋਂ ਤੱਥ ਜਮ੍ਹਾਂ ਕਰ ਲੈਣੇ ਚਾਹੀਦੇ, ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਇਹ ਸਲਾਹ ਦਿੱਤੀ ਗਈ ਹੈ ਧਾਮੀ ਵੱਲੋਂ। ਇਸ ਤੋਂ ਇਲਾਵਾ ਧਾਮੀ ਨੇ ਕਿਹਾ ਕਿ ਸਾਡੀ ਮਾਲਕੀ ਵਾਲੀ ਜਿਹੜੀ ਜ਼ਮੀਨ ਹੈ ਉਸ ਦੇ ਵਿੱਚੋਂ 137 ਕਨਾਲ ਜ਼ਮੀਨ ਗਿਫਟਡ ਕੀਤੀ ਸੀ ਜੋ ਗੈਰ ਕਾਨੂੰਨੀ ਸੀ ਤੇ ਇਸੇ ਕਰਕੇ ਹਾਈ ਕੋਰਟ ਦੇ ਵਿੱਚ ਸਟੇ ਹੋਇਆ, ਨਾ ਕਿ ਉਹ ਲੈ ਕੇ ਆਏ ਨੇ। ਇਸ ਮਾਮਲੇ
ਵਿੱਚ ਹਾਈ ਕੋਰਟ ਦੇ ਅੰਦਰ ਹੁਣ ਅਗਲੀ ਤਰੀਕ ਜਿਹੜੀ ਹੈ ਉਹ 6 ਫਰਵਰੀ 2023 ਨੂੰ ਪਾ ਦਿੱਤੀ ਗਈ ਹੈ ਕਿ ਸਰਕਾਰ ਵੀ ਉੱਥੇ ਗਈ ਆ ਹਾਈ ਕੋਰਟ ਦੇ ਵਿੱਚ, ਬਾਬਾ ਦਰਸ਼ਨ ਸਿੰਘ ਹੁਣੀ ਵੀ ਗਏ ਆ, ਇੱਕ ਸੁਸਾਇਟੀ ਵੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਉਹ ਵੀ ਹਾਈ ਕੋਰਟ ਦੇ ਵਿੱਚ ਗਈ ਆ। ਸੋ ਮੇਰਾ ਕਹਿਣ ਤੋਂ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਚੰਗੇ ਕਾਰਜਾਂ ਦੇ ਵਿੱਚ ਬਾਧਾ ਨਹੀਂ ਬਣਦੀ। ਇਹ ਤਾਂ ਜਿੱਥੇ ਭੁਚਾਲ ਆ ਜਾਣ, ਜਿੱਥੇ ਕੋਈ ਹੋਰ ਲੋਕਾਂ ਨੂੰ ਕਾਰਜਾਂ ਦੀ ਲੋੜ ਹੋਵੇ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਂਦੀ ਆ। ਤੇ ਆ ਅਸੀਂ ਮਤਾ ਇਸੇ ਕਰਕੇ ਕੀਤਾ ਸੀ, ਪਰ ਅੱਜ ਮਤੇ ਨੂੰ ਅਣਗੌਲਿਆਂ ਕਰਕੇ ਇਹ ਸਾਡੇ ਤੇ ਉਲਟਾ ਆਪਣੇ ਬਲੇਮ ਕਰ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਧਾ ਬਣ ਰਹੀ। ਸੰਗਰੂਰ ਦੇ ਲੋਕਾਂ ਨੂੰ ਸਿਨਵਰ ਬੇਨਤੀ ਕਰਦਾ, ਮੇਰੇ ਕੋਲ ਇੱਥੇ ਆਏ ਸੀ ਬਾਬਾ ਦਰਸ਼ਨ ਸਿੰਘ ਹੋਣੀ ਵੀ ਡੈਪੂਟੇਸ਼ਨ ਲੈ ਕੇ, ਮੈਂ ਉਹਨਾਂ ਨੂੰ ਉਦੋਂ ਵੀ ਯਕੀਨ ਦਿਵਾਇਆ ਸੀ ਭਈ ਇਹ ਕਾਨੂੰਨ ਦੀ ਗੱਲ ਆ, ਆਪਾਂ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਈਏ, ਭਈ ਆਪਾਂ ਬੈਠ ਕੇ ਵਿਚਾਰਾਂਗੇ। ਉਹ ਬੈਠ ਕੇ ਵਿਚਾਰਨ ਤੋਂ ਬਾਅਦ ਫਿਰ ਜੋ ਉਹਦਾ ਫੈਸਲਾ ਹੋਊਗਾ ਉਹ ਆਪਾਂ ਕਰਾਂਗੇ। ਸੋ ਉਹਨਾਂ ਨੂੰ ਹੀ ਸਿਨਵਰ ਬੇਨਤੀ ਕਰਦਾ ਕਿ ਆਪਾਂ ਧਰਨਿਆਂ ਨਾਲ ਜਾਂ ਲੋਕਾਂ ਦੇ ਗੁੰਮਰਾਹ ਕਰਨ ਦੇ ਨਾਲ ਨਹੀਂ ਹੱਲ ਨਿਕਲਣੇ ਆ, ਕਿਉਂਕਿ ਕੋਰਟ ਦੇ ਵਿੱਚ ਮਾਲਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ। ਇਹ ਆਰਲੀਅਰ ਹੁਣ ਦੇ ਨਹੀਂ 1964 ਤੋਂ ਲਗਾਤਾਰ ਚੱਲ ਰਹੇ। ਉਧਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਰੂਪਨਗਰ ਪੁਲਿਸ ਸੀਆਈਏ ਸਟਾਫ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 12 ਪਿਸਟਲ 50 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਡੀਜੀਪੀ ਵੱਲੋਂ, ਔਰ ਇਹ ਵੀ ਦੱਸਿਆ ਗਿਆ ਕਿ ਇਹ ਹਥਿਆਰ ਤੇ ਨਸ਼ੀਲੇ ਪਦਾਰਥ ਦੀ ਤਸਕਰੀ ਕਰ ਰਹੇ ਸਨ ਤੇ ਹੁਣ ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਨਾਂ ਤੇ ਖਿਲਾਫ ਹੁਣ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬੀ ਗਾਇਕ ਪਰਮੇਸ਼ ਵਰਮਾ ਗੋਲੀकांड ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ, ਦੋਸ਼ ਮੁਕਤ ਕਰ ਦਿੱਤਾ ਗਿਆ। ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਦੋਸ਼ੀ ਅਰੁਣ ਕੁਮਾਰ ਉਰਫ ਸੰਨੀ ਨੂੰ ਅਦਾਲਤ ਨੇ ਬਰੀ ਕੀਤਾ ਹੈ। ਉਸ ਦੇ ਉੱਪਰ ਪਰਮੇਸ਼ ਵਰਮਾ ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰਾਂ ਨੂੰ ਪਨਾਹ ਦੇਣਾ, ਉਹਨਾਂ ਦੀ ਮਦਦ ਕਰਨ ਦੇ ਇਲਜ਼ਾਮ ਸਨ, ਪਰ ਅਦਾਲਤ ਦੇ ਅੰਦਰ ਪੰਜਾਬ ਪੁਲਿਸ ਇਹ ਸਾਬਤ ਨਹੀਂ ਕਰ ਪਾਈ। ਇਸ ਕਰਕੇ ਹੁਣ ਕੋਰਟ ਨੇ ਅਰੁਣ ਕੁਮਾਰ ਉਰਫ ਸੰਨੀ ਨੂੰ ਜਿਹੜਾ ਬਰੀ ਕਰ ਦਿੱਤਾ ਗਿਆ। ਤਾਂ ਪਰਮੇਸ਼ ਵਰਮਾ ਤੇ ਅਪ੍ਰੈਲ ਮਹੀਨੇ 2018 ਨੂੰ ਗੋਲੀ ਚੱਲੀ ਸੀ, ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਗੈਂਗਸਟਰਾਂ ਨੂੰ ਫੜਿਆ ਹੋਇਆ ਸੀ ਤੇ ਇਸ ਦੇ ਵਿੱਚ ਅਰੁਣ ਕੁਮਾਰ ਸੰਨੀ ਤੇ ਇਲਜ਼ਾਮ ਲਗਾਏ ਸੀ ਕਿ ਉਸਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ ਹੈ। ਇਸ ਕਰਕੇ ਹੁਣ ਕੋਰਟ ਦੇ ਵਿੱਚ ਪੁਲਿਸ ਇਹ ਸਾਬਤ ਨਹੀਂ ਕਰ ਸਕੀ, ਇਸ ਕਰਕੇ ਅਦਾਲਤ ਨੇ ਸੰਨੀ ਨੂੰ ਬਰੀ ਕਰ ਦਿੱਤਾ ਹੈ। ਉਧਰ ਨਵੇਂ ਸਾਲ ਮੌਕੇ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਆਪਣੇ ਪ੍ਰਸ਼ੰਸਕਾਂ ਵੱਲੋਂ ਜੋ ਮੰਗ ਕੀਤੀ ਗਈ ਸੀ ਕਿ ਹਥਿਆਰਾਂ ਦੇ ਉੱਪਰ ਗੀਤ ਗਾਇਆ ਜਾਵੇ, ਤਾਂ ਬੱਬੂ ਮਾਨ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਉਹ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਉਲੰਘਣਾ ਨਹੀਂ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ, ਇਸ ਕਰਕੇ ਉਹ ਗੀਤ ਜਿਹੜਾ ਹਥਿਆਰਾਂ ਤੇ ਨਹੀਂ ਗਾਣਗੇ। ਚੰਡੀਗੜ੍ਹ ਦੇ ਵਿੱਚ ਸਮਾਗਮ ਸੀ ਨਵੇਂ ਸਾਲ ਦਾ, ਬੱਬੂ ਮਾਨ ਉੱਥੇ ਪਹੁੰਚੇ ਹੋਏ ਸੀ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਹੇਤੇ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸੀ ਤੇ ਮੰਗ ਕੀਤੀ ਗਈ ਸੀ ਕਿ ਹਥਿਆਰਾਂ ਸੰਬੰਧੀ ਜੋ ਪਿਛਲੇ ਦੌਰ ਦੇ ਵਿੱਚ ਬੱਬੂ ਮਾਨ ਨੇ ਗੀਤ ਗਾਏ ਹੈ ਉਹ ਇੱਕ ਵਾਰ ਦੁਬਾਰਾ ਤੋਂ ਗੁਣਗੁਣਾਇਆ ਜਾਵੇ ਇਸ ਪ੍ਰੋਗਰਾਮ ਦੇ ਵਿੱਚ ਜੋ ਇਵੈਂਟ ਚੱਲਿਆ ਹੋਇਆ ਸੀ ਨਵੇਂ ਸਾਲ ਦੇ ਉੱਪਰ। ਪਰ ਬੱਬੂ ਮਾਨ ਨੇ ਮਨਾ ਕਰ ਦਿੱਤਾ ਹਥਿਆਰਾਂ ਵਾਲੇ ਗੀਤ ਗਾਉਣ ਤੋਂ। ਲੁਧਿਆਣਾ ਦੇ ਵਿੱਚ ਦਾਣਾ ਮੰਡੀ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਭਗੌੜਾ ਜੋ ਹਾਲੇ ਤੱਕ ਵਿਜੀਲੈਂਸ ਦੀ ਗਿਰਫਤ ਤੋਂ ਬਾਹਰ ਸੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਜ਼ਦੀਕੀ ਇੰਦਰਜੀਤ ਸਿੰਘ ਇੰਦੀ ਨੇ ਅੱਜ ਲੁਧਿਆਣਾ ਦੇ ਵਿੱਚ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪਿਛਲੇ ਕਾਫੀ ਦਿਨਾਂ ਤੋਂ ਇਹ ਵਿਜੀਲੈਂਸ ਨੂੰ ਲੋੜੀਂਦਾ ਸੀ। ਦੱਸਦੀ ਕਿ 2000 ਕਰੋੜ ਦਾ ਇਹ ਟੈਂਡਰ ਘੁਟਾਲਾ ਹੈਗਾ। ਲੁਧਿਆਣਾ ਦੇ ਵਿੱਚ ਕੁਝ ਜਿਹੜੇ ਲੋਕ ਹੈਗੇ, ਕੁਝ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਭਾਰਤ ਭੂਸ਼ਣ ਆਸ਼ੂ ਨੇ ਮੰਤਰੀ ਰਹਿੰਦੇ ਹੋਏ ਜਦੋਂ ਫੂਡ ਸਪਲਾਈ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ, ਤਾਂ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਟੈਂਡਰ ਦਿੱਤੇ ਅਤੇ ਇਸ ਟੈਂਡਰਾਂ ਦੇ ਵਿੱਚ ਜੋ ਮੰਡੀ ਦੇ ਅੰਦਰ ਫਸਲ ਨੂੰ ਢੋਆਈ ਦੇ ਲਈ ਜੋ ਬੋਲੀ ਲਗਾਈ ਗਈ ਸੀ, ਇਸ ਦੇ ਵਿੱਚ ਮੋਟਰਸਾਈਕਲ, ਕਾਰ, ਸਕੂਟਰ ਆਦਿ ਜਿਹੜੇ ਇਹੋ ਜਿਹੇ ਵਾਹਨ ਹੈਗੇ ਨੇ, ਸਕੂਟੀ ਵਰਗੇ, ਇਹਨਾਂ ਵਾਹਨਾਂ ਨੂੰ ਰਜਿਸਟਰਡ ਕੀਤਾ ਗਿਆ ਸੀ। ਜਦ ਕਿ ਇਸ ਢੋਆਈ ਦੇ ਲਈ ਟਰੱਕ ਜਾਂ ਫਿਰ ਟਰਾਲੀਆਂ ਦੀ ਜ਼ਰੂਰਤ ਹੁੰਦੀ ਹੈ, ਤਾਂ ਧੋਖਾਧੜੀ ਕਰਕੇ ਇਸ ਦੀ ਸ਼ਿਕਾਇਤ ਜਿਹੜੀ ਹੈ ਉਹ ਵਿਜੀਲੈਂਸ ਨੂੰ ਗਈ ਸੀ। ਜਿਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਇੱਕ ਸੈਲੂਨ ਨਾਈ ਦੀ ਦੁਕਾਨ ਤੇ ਜਿਹੜਾ ਹੈ ਇੱਕ ਕਟਿੰਗ ਕਰਵਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਸੀ ਸੈਲੂਨ ਤੋਂ। ਤਾਂ ਉਸ ਤੋਂ ਬਾਅਦ ਇਸ ਦੇ ਨਜ਼ਦੀਕੀ ਵੀ ਜਿਹੜੇ ਆ ਫੜੇ ਗਏ ਨੇ। ਹੋਰ ਆਸ਼ੂ ਦਾ ਨਜ਼ਦੀਕੀ ਜੋ ਇੰਦੀ ਹੈ ਇਹ ਫਰਾਰ ਸੀ, ਹੁਣ ਇਸ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਧਰ ਇੱਕ ਹੋਰ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਦਾਅਵਾ ਕੀਤਾ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਕਿ ਬਲਵੀਰ ਸਿੰਘ ਸਿੱਧੂ ਨੇ ਇੱਕ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ, ਤਾਂ ਮੁਹਾਲੀ ਤੇ
ਰੋਪੜ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਪਿੰਡਾਂ ਦੇ ਵਿੱਚ ਬਲਵੀਰ ਸਿੰਘ ਸਿੱਧੂ ਨੇ ਆਪਣੇ ਨਾਮ ਦੇ ਉੱਪਰ, ਆਪਣੀ ਪਤਨੀ ਦੇ ਨਾਮ ਤੇ ਆਪਣੇ ਭਰਾ ਦੇ ਨਾਮ ਤੇ ਜ਼ਮੀਨ ਖਰੀਦੀ ਹੈ ਤੇ ਇਸ ਦੀ ਹੁਣ ਜਾਂਚ ਜਿਹੜੀ ਵਿਜੀਲੈਂਸ ਨੇ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜਾ ਬਲਵੀਰ ਸਿੰਘ ਸਿੱਧੂ ਦਾ ਭਰਾ ਜੀਤੀ ਸਿੱਧੂ ਹੈ, ਜੋ ਮੁਹਾਲੀ ਦਾ ਮੇਅਰ ਵੀ ਸੀ, ਉਸ ਨੂੰ 2 ਦਿਨ ਪਹਿਲਾਂ ਹੀ ਜਿਹੜਾ ਹੈ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਦੇ ਨਾਮ ਦੇ ਉੱਪਰ ਵੀ ਜ਼ਮੀਨ ਖਰੀਦੀ ਹੋਈ ਹੈ ਤਾਂ ਵਿਜੀਲੈਂਸ ਨੇ ਹੁਣ ਇੱਕ ਹੋਰ ਕਾਰਵਾਈ ਕਰ ਦਿੱਤੀ ਹੈ। ਬਲਵੀਰ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਿਹਤ ਮੰਤਰੀ ਸੀ। ਕਰੋਨਾ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੀ ਐਕਟੀਵਿਟੀ ਨੂੰ। ਤਾਂ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਕਾਂਗਰਸ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਜਾਂਦਾ, ਫਿਰ ਕੈਬਨਿਟ ਮੰਤਰੀ ਤੋਂ ਬਲਵੀਰ ਸਿੰਘ ਸਿੱਧੂ ਨੂੰ ਲਾਂਭੇ ਕਰ ਦਿੱਤਾ ਜਾਂਦਾ, ਫਿਰ ਬਲਵੀਰ ਸਿੰਘ ਸਿੱਧੂ ਮੁਹਾਲੀ ਦੀ तमाम ਕਾਂਗਰਸੀ ਲੀਡਰਸ਼ਿਪ ਨੂੰ ਲੈ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤਾਂ ਜੀਤੀ ਸਿੱਧੂ ਜਿਹੜਾ ਮੇਅਰ, ਸਾਬਕਾ ਮੇਅਰ ਨੇ, ਉਹ ਵੀ ਭਾਜਪਾ ਦੇ ਲੀਡਰ ਬਣ ਚੁੱਕੇ ਹੈ। ਤਾਂ ਬਲਵੀਰ ਸਿੱਧੂ ਵੀ ਹੁਣ ਇਸ ਸਮੇਂ ਭਾਜਪਾ ਦੇ ਵਿੱਚ ਸ਼ਾਮਲ ਹੈ ਤੇ ਹੁਣ ਵਿਜੀਲੈਂਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਲ 2022 ਦਾ ਅੰਤ ਹੋਇਆ ਤੇ 2023 ਚੜ ਚੁੱਕਿਆ। ਪੰਜਾਬ ਸਰਕਾਰ, ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਹੁਣ ਪਿਛਲਾ ਆਪਣਾ ਲੇਖਾ ਜੋਖਾ ਦੇ ਰਹੀ ਹੈ ਤੇ ਇਸ ਵਿਚਾਲੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਾਲ 2022 ਦੇ ਦੌਰਾਨ ਪੰਜਾਬ ਦੇ 34 ਲੱਖ ਤੋਂ ਜ਼ਿਆਦਾ ਪੇਂਡੂ ਘਰਾਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਟੀਚਾ ਹਾਸਲ ਕੀਤਾ ਗਿਆ। ਉੱਥੇ ਹੀ ਸਵੱਛ ਸਰਵੇਖਣ ਗ੍ਰਾਮੀਣ ਅਵਾਰਡਾਂ ਵਿੱਚ ਵੀ ਕੌਮੀ ਪੱਧਰ ਤੇ ਮਾਣ ਸਨਮਾਨ ਹਾਸਲ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦੇ ਪਹਿਲੇ ਸਾਲ ਦੀਆਂ ਅਜਿਹੀਆਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਅਗਲੇ 4 ਸਾਲਾਂ ਦੇ ਵਿੱਚ ਬੁਲੰਦੀਆਂ ਤੇ ਲਿਆਂਦਾ ਜਾਵੇਗਾ। ਸਰਕਾਰ ਆਪਣਾ ਜਿਹੜੀ ਪਿੱਠ ਥਪਥਪਾ ਰਹੀ ਹੈ ਜੋ 2022 ਦੇ ਵਿੱਚ ਇਹਨਾਂ ਨੇ ਕੰਮਕਾਜ ਕੀਤਾ ਉਸ ਨੂੰ ਲੈ ਕੇ। ਹੁਣ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਲੈ ਕੇ ਇੱਕ ਨਵੇਂ ਹੁਕਮ ਜਾਰੀ ਕੀਤੇ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੂੰ ਹੁਣ ਜਿਹੜੇ ਵੀ ਅਧਿਕਾਰੀ ਹੈਗੇ ਇਹ ਦਫ਼ਤਰ ਦੇ ਵਿੱਚ ਜੀਨ ਜਾਂ ਫਿਰ ਟੀ-ਸ਼ਰਟ ਪਾ ਕੇ ਨਹੀਂ ਬੈਠ ਸਕਣਗੇ। ਪੰਜਾਬ ਸਰਕਾਰ ਨੇ ਨਵੇਂ ਆਰਡਰ ਜਾਰੀ ਕਰ ਦਿੱਤੇ ਹੈ। ਵਿਜੀਲੈਂਸ ਦੇ ਅਫਸਰ ਹੁਣ ਜਿਹੜੇ ਦਫ਼ਤਰਾਂ ਦੇ ਵਿੱਚ ਹੋਣਗੇ, ਅਫਸਰ ਜਾਂ ਇਹ ਕਰਮਚਾਰੀ ਹੈ, ਉਹ ਜਿਹੜਾ ਹੈ ਫਾਰਮਲ ਡਰੈਸ ਦੇ ਵਿੱਚ ਬੈਠਣਗੇ, ਬਲੇਜ਼ਰ ਪਾ ਕੇ, ਟਾਈ ਲਗਾ ਕੇ ਬੈਠੇ ਤੁਹਾਨੂੰ ਮਿਲਣਗੇ। ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਵੇਂ ਸਾਲ ਤੇ। ਹਾਲਾਂਕਿ ਇੱਕ ਛੋਟ ਦਿੱਤੀ ਗਈ ਹੈ, ਵਿਜੀਲੈਂਸ ਦੇ ਜਿਹੜੇ ਅਧਿਕਾਰੀ, ਕਰਮਚਾਰੀ ਜਾਂ ਫਿਰ ਜੂਨੀਅਰ ਲੈਵਲ ਦੇ ਅਫਸਰ, ਇਹ ਜਿਹੜੇ ਫੀਲਡ ਦੇ ਵਿੱਚ ਰਹਿ ਰਹੇ ਨੇ, ਯਾਨੀ ਕਿ ਜ਼ਮੀਨੀ ਪੱਧਰ ਤੇ ਰਹਿ ਰਹੇ ਆ, ਇਹਨਾਂ ਨੂੰ ਛੋਟ ਦਿੱਤੀ ਗਈ ਹੈ ਕਿਉਂਕਿ ਸਰਕਾਰ ਦਾ ਤਰਕ ਹੈ ਕਿ ਫੀਲਡ ਦੇ ਵਿੱਚ ਕਿਸੇ ਸਮੇਂ ਦੌੜ ਭੱਜ ਵੀ ਕਰਨੀ ਪੈਂਦੀ ਹੈ, ਕਿਸੇ ਮੁਲਜ਼ਮ ਦੇ ਫੜਨ ਲਈ ਕਿਸੇ ਮੁਲਜ਼ਮ ਨੂੰ ਉਸਦੇ ਪਿੱਛੇ ਭੱਜਣਾ ਵੀ ਪੈਂਦਾ। ਇਸ ਕਰਕੇ ਜੀਨ ਤੇ ਟੀ-ਸ਼ਰਟ ਦਾ ਆਪਸ਼ਨ ਜਿਹੜਾ ਹੈ ਉਹ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਵਿਜੀਲੈਂਸ ਦੇ ਅਫਸਰਾਂ ਨੂੰ, ਕਰਮਚਾਰੀਆਂ ਨੂੰ, ਪਰ ਜਿਹੜੇ ਦਫ਼ਤਰ ਦੇ ਵਿੱਚ ਹੋਣਗੇ ਉਹ ਜੀਨ ਪਾ ਕੇ ਨਹੀਂ ਬੈਠ ਸਕਣਗੇ, ਟੀ-ਸ਼ਰਟ ਪਾ ਕੇ ਨਹੀਂ ਬਹਿਣਗੇ, ਫਾਰਮਲ ਡਰੈਸ ਦੇ ਵਿੱਚ ਬੈਠਣਗੇ। ਹਾਲਾਂਕਿ ਇਸ ਫੈਸਲੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੂੰ ਇਹ ਫੈਸਲਾ ਜਿਹੜਾ ਔਖਾ ਜ਼ਰੂਰ ਲੱਗਦਾ ਹੋਵੇਗਾ। ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਦਾ ਸਮਾਂ ਦਿੱਤਾ ਗਿਆ ਸੀ ਉਸ ਦੇ ਵਿੱਚ ਵਾਧਾ ਕੀਤਾ ਗਿਆ। ਹੁਣ ਜਿਹੜੇ ਪਾਕਿਸਤਾਨ ਜਾਣਾ ਚਾਹੁੰਦਾ ਸ਼ਰਧਾਲੂ ਖਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਤੇ ਉਹ 11 ਜਨਵਰੀ ਤੱਕ ਆਪਣੇ ਪਾਸਪੋਰਟ ਜਿਹੜੇ ਆ ਉਹ ਜਮ੍ਹਾਂ ਕਰਵਾ ਸਕਦੇ ਨੇ। ਇਸ ਤੋਂ ਪਹਿਲਾਂ 31 ਦਸੰਬਰ 2022 ਤੱਕ ਦੀ ਸਮਾਂ ਮਿਆਦ ਦਿੱਤੀ ਹੋਈ ਸੀ ਤੇ ਹੁਣ ਇਸ ਦੇ ਵਿੱਚ ਵਾਧਾ ਕੀਤਾ ਗਿਆ। ਹਰ ਸਾਲ ਅਪ੍ਰੈਲ ਮਹੀਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਦਿਹਾੜੇ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ ਤੇ ਇਸ ਜਥੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੱਖ ਸ਼ਰਧਾਲੂ ਆਪਣੇ ਹਲਕੇ ਮੈਂਬਰ ਤੋਂ, ਆਪਣੇ ਹਲਕੇ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਤੋਂ ਤਸਦੀਕ ਕਰਵਾ ਕੇ ਪਾਸਪੋਰਟ ਦੇ ਨਾਲ ਸ਼ਨਾਖਤੀ ਪ੍ਰੂਫ ਵਜੋਂ ਕੋਈ ਵੀ ਦਸਤਾਵੇਜ਼, ਚਾਹੇ ਰਾਸ਼ਨ ਕਾਰਡ ਹੈ, ਆਧਾਰ ਕਾਰਡ ਹੈ ਜਾਂ ਵੋਟਰ ਕਾਰਡ ਹੈ, ਉਹਦੀਆਂ ਕਾਪੀਆਂ ਤੇ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਆਪਣੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ 11 ਜਨਵਰੀ ਤੋਂ ਪਹਿਲਾਂ ਜਮ੍ਹਾਂ ਕਰਵਾ ਸਕਦੇ ਨੇ। ਤਾਂ ਹੁਣ ਨਜ਼ਰ ਮਾਰਦੇ ਹਾਂ ਪੰਜਾਬ, ਦੇਸ਼, ਦੁਨੀਆ ਦੇ ਵਿੱਚ ਵਾਪਰੇ ਉਹਨਾਂ ਹਾਦਸਿਆਂ ਤੇ ਜਿਸ ਦੇ ਨਾਲ ਕਈਆਂ ਦੇ ਪਰਿਵਾਰਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ। ਬੀਤੇ ਦਿਨੀ ਦਿੱਲੀ ਦੇ ਵਿੱਚ ਇੱਕ ਲੜਕੀ ਦਾ ਜਿਹੜਾ ਆ ਉਸ ਦਾ ਕਤਲ ਹੋ ਜਾਂਦਾ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਦੇ ਵਿੱਚ। ਤਾਂ ਪੁਲਿਸ ਨੇ ਦਰਦਨਾਕ ਮੌਤ ਦੇ ਵਿੱਚ ਹੁਣ ਇਨਸਾਫ ਲਈ ਲੋਕਾਂ ਵੱਲੋਂ ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਦੀ ਰਿਹਾਇਸ਼ ਤੇ ਅਤੇ ਦੂਸਰੇ ਪਾਸੇ ਸੁਲਤਾਨਪੁਰ ਥਾਣੇ ਦਾ ਘਿਰਾਓ ਕੀਤਾ ਗਿਆ ਔਰ ਦਿੱਲੀ ਪੁਲਿਸ ਮੁਤਾਬਕ ਸੁਲਤਾਨਪੁਰ ਇਲਾਕੇ ਵਿੱਚ ਹੋਈ ਇਸ ਟੱਕਰ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਜਿਹੜੇ ਆ ਪਹੀਏ ਵਿੱਚ ਫਸੀ ਹੋਈ ਮਹਿਲਾ ਨੂੰ ਕਈ ਕਿਲੋਮੀਟਰ ਤੱਕ ਘੜੀਸਦੇ ਹੋਏ ਲੈ ਕੇ ਚਲੇ ਗਏ ਸੀ। ਤਾਂ ਇਸ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ LG ਦੇ ਹਾਊਸ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਦੀ ਨਾਲ ਸੁਲਤਾਨਪੁਰ ਥਾਣੇ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਦਰਅਸਲ ਕੀ ਹੁੰਦਾ ਕਿ ਨਵੇਂ ਸਾਲ ਦੀ ਰਾਤ ਮੌਕੇ ਜਿਹੜਾ ਦਿੱਲੀ ਦੇ ਵਿੱਚ ਇੱਕ ਲੜਕੀ ਜਿਹੜੀ ਹੁੰਦੀ ਹੈ ਉਹ ਆਪਣੀ ਸਕੂਟੀ ਤੇ ਜਾ ਰਹੀ ਹੁੰਦੀ ਹੈ ਤਾਂ ਕਾਰ 'ਚ ਸਵਾਰ 5
ਲੋਕ ਜਿਹੜੇ ਹੁੰਦੇ ਨੇ ਇੱਕ ਕਾਰ ਦੇ ਵਿੱਚ ਸਵਾਰ ਉਹ ਸਕੂਟੀ ਨੂੰ ਟੱਕਰ ਮਾਰ ਦਿੰਦੇ ਆ ਤੇ ਟੱਕਰ ਮਾਰਨ ਤੋਂ ਬਾਅਦ ਜਿਵੇਂ ਹੀ ਫਰਾਰ ਹੋਣ ਲੱਗਦੇ ਆ ਤਾਂ ਲੜਕੀ ਜਿਹੜੀ ਆ ਉਹ ਕਾਰ ਦੇ ਹੇਠਾਂ ਫਸ ਜਾਂਦੀ ਹੈ ਤੇ 4 ਕਿਲੋਮੀਟਰ ਤੱਕ ਇਹ ਜਿਹੜੇ 5 ਨੌਜਵਾਨ ਹੁੰਦੇ ਆ ਇਸ ਕਾਰ 'ਚ ਬੈਠੇ ਹੋਏ ਇਹ ਕਾਰ ਨੂੰ 4 ਕਿਲੋਮੀਟਰ ਤੱਕ ਭਜਾਉਂਦੇ ਆ ਤੇ ਲੜਕੀ ਜਿਹੜੀ ਆ ਉਹ ਵਿੱਚ ਹੀ ਫਸੀ ਹੁੰਦੀ ਹੈ, ਥੱਲੇ ਕਾਰ ਦੇ ਥੱਲੇ ਫਸੀ ਹੁੰਦੀ ਹੈ ਤੇ ਘੜੀਸਦੀ ਹੋਈ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ। ਹਾਲਾਂਕਿ ਪਰਿਵਾਰ ਨੇ ਇਸ ਦੇ ਉੱਪਰ ਸਵਾਲ ਖੜੇ ਕੀਤੇ ਨੇ ਔਰ ਮ੍ਰਿਤਕ ਦੀ ਮਾਂ ਨੇ ਰੋਂਦਿਆਂ ਵਿਲਕਦਿਆਂ ਕਿਹਾ ਕਿ ਮੈਂ ਤਾਂ 2 ਸਾਲਾਂ ਤੋਂ ਬਿਮਾਰ ਪਈ ਹੋਈ ਹਾਂ, ਮੇਰਾ ਸਾਰਾ ਕੁਝ ਉਹੀ ਲੜਕੀ ਸੀ, ਕਮਾਉਣ ਵਾਲੀ, ਘਰ ਚਲਾਉਣ ਵਾਲੀ, ਮੇਰੇ ਉਸ ਦੇ ਸਿਵਾ ਹੋਰ ਕੋਈ ਨਹੀਂ ਹੈ ਮੇਰੇ ਕੋਲ, ਮੇਰੇ ਛੋਟੇ ਛੋਟੇ 2 ਬੱਚੇ ਨੇ ਤੇ ਮੈਂ ਕੀ ਕਰਾਂ ਹੁਣ, ਮੈਂ ਕਿੱਥੇ ਜਾਵਾਂ ਤੇ ਇਨਸਾਫ ਦੀ ਗੁਹਾਰ ਲਗਾਈ ਹੈ। ਨਾਲ ਦੀ ਨਾਲ ਕਿਹਾ ਕਿ ਇਹ ਕਤਲ ਹੈ, ਇਸ ਨੂੰ ਕਤਲ ਨਾਲ ਦੇਖਿਆ ਜਾਵੇ ਕਿਉਂਕਿ ਜਦੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ ਤਾਂ ਉਸ ਦੇ ਸਰੀਰ ਤੇ ਇੱਕ ਵੀ ਕੱਪੜਾ ਨਹੀਂ ਹੁੰਦਾ ਔਰ ਇਸ ਦਰਦਨਾਕ ਮੌਤ ਦੇ ਕਾਰਨ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ। ਦੂਸਰੇ ਪਾਸੇ ਘਟਨਾ ਵਾਲੀ ਥਾਂ ਤੇ ਫੋਰੈਂਸਿਕ ਟੀਮਾਂ ਪਹੁੰਚ ਚੁੱਕੀਆਂ ਨੇ, ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ 5 ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਦੀ ਨਾਲ ਇਹਨਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਦਿੱਲੀ ਪੁਲਿਸ ਮੁਤਾਬਕ ਇਹਨਾਂ ਦੋਸ਼ੀ ਜੇਕਰ ਪਾਏ ਜਾਂਦੇ ਆ ਤਾਂ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਵੇਗੀ। ਹਾਲਾਂਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਉਸ ਸਮੇਂ ਸਵਾਲ ਖੜੇ ਹੋ ਗਏ ਸੀ ਜਦੋਂ ਪੁਲਿਸ ਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਇਹ ਗੈਰ ਇਰਾਦਤਨ ਕਤਲ ਹੈ, ਇਹ ਹਾਦਸਾ, ਇਹ ਦਰਦਨਾਕ ਹਾਦਸਾ ਹੈ, ਇਸ ਦੇ ਵਿੱਚ ਕਤਲ ਦੀ ਧਾਰਾ ਹਲੇ ਤੱਕ ਨਹੀਂ ਜੋੜੀ ਜਾ ਸਕਦੀ। ਇਸ ਤੋਂ ਬਾਅਦ ਕਾਫੀ ਵਿਰੋਧ ਹੋਇਆ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਕਰ ਰਹੀ ਹੈ। ਉਧਰ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਘਰ ਦੇ ਵਿੱਚ ਬੰਬ ਧਮਾਕਾ ਕੀਤਾ ਗਿਆ ਜਿਸ ਦੇ ਨਾਲ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ, 5 ਲੋਕ ਜ਼ਖਮੀ ਹੋ ਜਾਂਦੇ ਤੇ ਜ਼ਖਮੀਆਂ ਚੋਂ ਇੱਕ ਦੀ ਹਾਲਤ ਸ਼ਾਮ ਤੱਕ ਵੀ ਜਿਹੜੀ ਹੈ ਉਹ ਨਾਜ਼ੁਕ ਦੱਸੀ ਗਈ ਸੀ ਤੇ ਜਿਹੜਾ ਇੱਕ ਵਾਰਦਾਤ ਜੋ IED ਬਲਾਸਟ ਹੋਇਆ, ਇਹ ਬਲਾਸਟ ਜਿਹੜਾ ਹੁੰਦਾ ਹੈ ਰਾਜੌਰੀ ਦੇ ਪਿੰਡ ਡਾਂਗਰੀ ਵਿੱਚ ਹੁੰਦਾ ਹੈ, ਜੰਮੂ ਦੇ ਅਧੀਨ ਪੈਂਦਾ ਹੈ। ਰਾਜੌਰੀ ਦੇ ਵਿੱਚ ਡਾਂਗਰੀ ਦਾ ਪਿੰਡ ਹੈ। ਇੱਥੇ ਜਿਹੜਾ ਹੈ ਬੀਤੇ ਦਿਨ ਯਾਨੀ ਕਿ ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇਸੇ ਹੀ ਪਿੰਡ ਦੇ ਕੁਝ 3 ਘਰਾਂ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਹਨਾਂ ਤੋਂ ਆਧਾਰ ਕਾਰਡ ਮੰਗਿਆ ਜਾਂਦਾ। ਜਦੋਂ ਆਧਾਰ ਕਾਰਡ ਦਿਖਾਉਂਦੇ ਆ ਤਾਂ ਫਿਰ ਅੱਤਵਾਦੀ ਫਾਇਰਿੰਗ ਕਰ ਦਿੰਦੇ ਆ ਇਸ ਘਰ ਦੇ ਵਿੱਚ ਔਰ ਇਸ ਫਾਇਰਿੰਗ ਦੇ ਦੌਰਾਨ 4 ਲੋਕਾਂ ਦੀ ਐਤਵਾਰ ਨੂੰ ਮੌਤ ਹੋ ਜਾਂਦੀ ਸੀ ਗੋਲੀਆਂ ਲੱਗਣ ਦੇ ਨਾਲ ਤੇ 7 ਲੋਕ ਜ਼ਖਮੀ ਹੋ ਜਾਂਦੇ ਸੀ। ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਰੱਖ ਕੇ ਪਿੰਡ ਦੇ ਬਾਹਰ ਪਿੰਡ ਦੇ ਲੋਕ ਜਿਹੜੇ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹੁੰਦੇ ਆ ਕਿ ਇਸ ਦੌਰਾਨ ਇੱਕ ਬੰਬ ਧਮਾਕਾ ਹੋ ਜਾਂਦਾ। ਉਸੇ ਹੀ ਘਰ ਦੇ ਵਿੱਚ ਬੰਬ ਧਮਾਕਾ ਹੁੰਦਾ ਹੈ ਜਿੱਥੇ ਫਾਇਰਿੰਗ ਕੀਤੀ ਸੀ ਐਤਵਾਰ ਨੂੰ ਅੱਤਵਾਦੀਆਂ ਨੇ। ਤਾਂ ਹੁਣ ਇਸ ਮਾਮਲੇ ਦੇ ਵਿੱਚ ਫਾਇਰਿੰਗ ਦੇ ਦੌਰਾਨ 4 ਲੋਕ ਮਾਰੇ ਗਏ ਸੀ, 7 ਜ਼ਖਮੀ ਸੀ ਤਾਂ ਬੰਬ ਧਮਾਕੇ ਦੇ ਵਿੱਚ ਇੱਕ ਬੱਚੀ ਦੀ ਮੌਤ ਹੋਈ ਹੈ, 5 ਲੋਕ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਇਹ ਜਿਹੜਾ ਹਾਦਸਾ ਹੋਇਆ ਇਸ ਦੇ ਵਿੱਚ IED ਵਰਤਿਆ ਗਿਆ ਔਰ ਇੱਕ ਪੁਲਿਸ ਨੇ ਹੋਰ IED ਜਿਹੜਾ ਹੈ ਉਹ ਜਿੰਦਾ ਕਾਬੂ ਕੀਤਾ, ਉਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਤੇ ਇਸ ਪੂਰੇ ਇਲਾਕੇ ਦੀ ਜਿਹੜੀ ਘੇਰਾਬੰਦੀ ਵਧਾ ਦਿੱਤੀ ਗਈ ਹੈ। ਆਰਮੀ ਜਿਹੜੀ ਹੈ ਲੱਗੀ ਹੋਈ ਹੈ, ਨਾਲ ਦੀ ਨਾਲ ਜੰਮੂ ਕਸ਼ਮੀਰ ਪੁਲਿਸ ਵੀ ਸੁਰੱਖਿਆ ਦੇ ਮੱਦੇਨਜ਼ਰ ਨਾਲ ਤੈਨਾਤ ਕਰ ਦਿੱਤੀ ਗਈ ਹੈ। ਉਧਰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ। ਟ੍ਰੇਨ ਜਿਹੜੀ ਹੈ ਉਸਦੇ 13 ਡਿੱਬੇ ਪਟੜੀ ਤੋਂ ਲੈ ਜਾਂਦੇ ਨੇ, ਲੀਹ ਤੋਂ ਲੈ ਜਾਂਦੇ ਤੇ ਜਿਸ ਦੇ ਵਿੱਚ 26 ਵਿਅਕਤੀ ਜ਼ਖਮੀ ਹੋ ਜਾਂਦੇ ਨੇ। ਉੱਤਰ ਪੱਛਮੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਜਿਹੜੇ ਇਸ ਹਾਦਸੇ ਦੇ ਕਾਰਨ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਤਾਂ ਕਈਆਂ ਦੇ ਰੂਟ ਜਿਹੜੇ ਡਾਇਵਰਟ ਕਰ ਦਿੱਤੇ ਗਏ ਨੇ। ਰੇਲਵੇ ਨੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਨੇ। ਬੁਲਾਰੇ ਨੇ ਦੱਸਿਆ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਥਿਤੀ ਤੇ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਬਣਾਏ ਹੋਏ ਬੈਠੇ ਨੇ ਔਰ ਇਹ ਜਿਹੜਾ ਹੈ ਬੀਤੀ ਤੜਕਸਾਰ ਜਿਹੜਾ ਇਹ ਵਾਪਰਦਾ ਹਾਦਸਾ 13 ਡੱਬੇ ਜਿਹੜੇ ਆ ਲੀਹੋਂ ਲੈ ਜਾਂਦੇ ਆ ਜਿਸ ਤੋਂ ਬਾਅਦ ਲੋਕ ਜਿਹੜੇ ਆ ਸਹਿਮ ਜਾਂਦੇ ਨੇ ਔਰ ਕਈ ਤਾਂ ਪੈਦਲ ਹੀ ਰਾਤ ਦੇ ਸਮੇਂ ਹਨੇਰੇ ਦੇ ਵਿੱਚ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਕੜਾਕੇ ਦੀ ਠੰਡ ਦੇ ਵਿੱਚ। ਉਧਰ ਅਹਿਮਦਾਬਾਦ ਦੇ ਇੱਕ ਘਰ ਦੇ ਵਿੱਚ ਭਿਆਨਕ ਹਾਦਸਾ ਵਾਪਰਦਾ ਹੈ। ਅਹਿਮਦਾਬਾਦ ਦੇ ਵਿੱਚ ਸਵੇਰੇ ਡੁਪਲੈਕਸ ਘਰ ਦੇ ਜਿਹੜਾ ਬੈਡਰੂਮ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸ ਅੱਗ ਲੱਗਣ ਦੇ ਨਾਲ ਪਤੀ ਪਤਨੀ ਅਤੇ 8 ਸਾਲ ਦੀ ਬੱਚੇ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਸਵੇਰੇ 5 ਵਜੇ ਦੇ ਕਰੀਬ ਜਦੋਂ ਅੱਗ ਲੱਗੀ ਤਾਂ ਪੀੜਤ ਘਰ ਦੀ ਪਹਿਲੀ ਮੰਜ਼ਲ ਤੇ ਆਪਣੇ ਬੈਡਰੂਮ ਦੇ ਵਿੱਚ ਸੁੱਤਾ ਹੋਇਆ ਸੀ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ। ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਰਹੀਆਂ ਅਤੇ ਜਾਂਚ ਕਰ ਰਹੀਆਂ ਨੇ ਕਿ ਇਹ ਹਾਦਸਾ ਵਾਪਰਨ ਦਾ ਕੀ ਕਾਰਨ ਹੈ, ਪਰ ਫਿਲਹਾਲ
ਪਤੀ ਪਤਨੀ ਅਤੇ 8 ਸਾਲ ਦੇ ਬੱਚੇ ਦੀ ਇਸ ਹਾਦਸੇ ਦੇ ਵਿੱਚ ਮੌਤ ਜ਼ਰੂਰ ਹੋ ਚੁੱਕੀ ਹੈ। ਉਧਰ ਆਸਟ੍ਰੇਲੀਆ ਦੇ ਵਿੱਚ 2 ਹੈਲੀਕਾਪਟਰ ਆਸਮਾਨ ਦੇ ਵਿੱਚ ਆਪਸ ਦੇ ਵਿੱਚ ਟਕਰਾ ਗਏ। ਇਸ ਜ਼ਬਰਦਸਤ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਦਰਅਸਲ ਆਸਟ੍ਰੇਲੀਆ ਦੇ 골ਡ ਕੋਸਟ ਖੇਤਰ ਵਿੱਚ ਪ੍ਰਸਿੱਧ ਸੈਰ ਸਪਾਟਾ ਜਿਹੜਾ ਸਥਾਨ ਹੈ, ਉੱਥੇ ਸੀ ਵਰਲਡ ਥੀਮ ਪਾਰਕ ਨੇੜੇ ਇਹ ਹਾਦਸਾ ਵਾਪਰਦਾ ਹੈ। ਅਸਮਾਨ ਤੇ 2 ਹੈਲੀਕਾਪਟਰ ਉੱਡ ਰਹੇ ਹੁੰਦੇ ਆ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਔਰ ਇਹ ਜਿਹੜਾ ਐਮਰਜੈਂਸੀ ਸੇਵਾਵਾਂ ਨੂੰ ਬਾਅਦ ਵਿੱਚ ਦੁਪਹਿਰ 2 ਵਜੇ ਦੇ ਕਰੀਬ ਇਸ ਘਟਨਾ ਸਥਾਨ ਤੇ ਬੁਲਾਇਆ ਜਾਂਦਾ। ਇਸ ਹਾਦਸੇ ਵਿੱਚ 4 ਵਿਅਕਤੀ ਮਾਰੇ ਜਾਂਦੇ ਨੇ। ਉਧਰ ਨਵੇਂ ਸਾਲ ਦੇ ਮੌਕੇ ਤੇ ਵੀ ਰੂਸ ਅਤੇ ਯੂਕਰੇਨ ਵਿਚਾਲੇ ਜੰਗੀ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ। ਰੂਸ ਤੋਂ ਤਾਜ਼ਾ ਡਰੋਨ ਅਤੇ ਮਿਜ਼ਾਈਲੀ ਹਮਲਿਆਂ ਦੇ ਵਿਚਕਾਰ ਐਤਵਾਰ ਪੂਰੀ ਰਾਤ ਵੀ ਕੀਵ ਦੇ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਦੇ ਰਹੇ। ਕੀਵ ਖੇਤਰੀ ਗਵਰਨਰ ਓਲੇਕਸੀ ਕੁਬੇਲ ਨੇ ਕਿਹਾ ਕਿ ਅੱਧੀ ਰਾਤ ਤੋਂ ਪਹਿਲਾਂ ਸ਼ੁਰੂ ਹੋਏ ਹਮਲਿਆਂ ਵਿੱਚ ਕਈ ਮਹੱਤਵਪੂਰਨ ਇਮਾਰਤਾਂ ਨੂੰ ਨੁਕਸਾਨ ਪਹੁੰਚ ਚੁੱਕਿਆ। ਰਾਜਧਾਨੀ ਦੇ ਮੇਅਰ ਨੇ ਦੱਸਿਆ ਕਿ ਰੂਸੀ ਡਰੋਨ ਦੇ ਮਲਬੇ ਕਾਰਨ ਕੀਵ 'ਚ ਇੱਕ ਵਿਅਕਤੀ ਜਿਹੜਾ ਉਹ ਜ਼ਖਮੀ ਵੀ ਹੋ ਚੁੱਕਿਆ। ਰੂਸ ਲਗਾਤਾਰ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਯੂਕਰੇਨ ਦੇ ਉੱਪਰ, ਪਰ ਯੂਕਰੇਨ ਜਿਹੜਾ ਉਹ ਗੋਡੇ ਨਹੀਂ ਟੇਕ ਰਿਹਾ ਤੇ ਇਸ ਗੱਲੋਂ ਰੂਸ ਵੀ ਅਣਖ ਦੇ ਵਿੱਚ ਹੈ ਔਰ ਯੂਕਰੇਨ ਵੀ ਜਿਹੜਾ ਰੂਸ ਨੂੰ ਅੱਖਾਂ ਦਿਖਾ ਰਿਹਾ। ਤੇ ਜਿਹੜਾ ਬੀਤੀ ਐਤਵਾਰ ਨੂੰ ਵੀ ਅਜਿਹੇ ਹਮਲੇ ਦੇਖਣ ਨੂੰ ਮਿਲੇ ਜਿਸ ਦੇ ਵਿੱਚ ਡਰੋਨ ਹਮਲੇ ਹੋ ਰਹੇ ਨੇ ਔਰ ਡਰੋਨ ਦੇ ਰਾਹੀਂ ਜੋ ਹਮਲੇ ਹੋਇਆ, ਡਰੋਨ ਦਾ ਮਲਬਾ ਡਿੱਗਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਤਾਂ ਹੁਣ ਨਜ਼ਰ ਮਾਰਦੇ ਹਾਂ ਦੇਸ਼ ਦੀਆਂ ਉਹਨਾਂ तमाम ਵੱਡੀਆਂ ਖਬਰਾਂ ਤੇ ਜੋ ਅੱਜ ਦੀਆਂ ਸੁਰਖੀਆਂ ਰਹੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ। ਨੋਟਬੰਦੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਵੱਲੋਂ 2016 ਨੂੰ ਐਲਾਨ ਕੀਤਾ ਗਿਆ ਸੀ ਨੋਟਬੰਦੀ ਦਾ, ਸੁਪਰੀਮ ਕੋਰਟ ਨੇ ਨੋਟਬੰਦੀ ਦੇ ਫੈਸਲੇ ਨੂੰ ਦਰੁਸਤ ਦੱਸਿਆ। ਅੱਜ 5 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਇਆ ਔਰ ਜਿਹੜਾ ਫੈਸਲੇ ਦਾ ਅਨੁਪਾਤ ਹੁੰਦਾ 4:1 ਰਹਿੰਦਾ, ਯਾਨੀ ਕਿ 4 ਜੱਜਾਂ ਨੇ ਇਸ ਨੂੰ ਦਰੁਸਤ ਦੱਸਿਆ ਜਦ ਕਿ ਇੱਕ ਨੇ ਇਸ ਨੂੰ ਜਿਹੜਾ ਹੈ ਸਹੀ ਨਹੀਂ ਕਰਾਰ ਦਿੱਤਾ। ਤਾਂ ਜਿਹੜਾ ਅਦਾਲਤ ਨੇ ਕਿਹਾ ਕਿ 8 ਨਵੰਬਰ 2016 ਨੂੰ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਹ ਜਾਇਜ਼ ਹੈ ਤੇ ਪ੍ਰਕਿਰਿਆ ਦੇ ਅਧੀਨ ਸੀ। ਸੁਪਰੀਮ ਕੋਰਟ ਦੇ ਜਸਟਿਸ VR ਗਵਈ ਨੇ ਕਿਹਾ ਕਿ ਨੋਟਬੰਦੀ ਸੰਬੰਧੀ ਕੇਂਦਰ ਦੇ ਫੈਸਲੇ ਵਿੱਚ ਕੋਈ ਖਾਮੀ ਨਹੀਂ ਹੋ ਸਕਦੀ ਕਿਉਂਕਿ ਇਸ ਮਾਮਲੇ ਤੇ ਰਿਜ਼ਰਵ ਬੈਂਕ ਅਤੇ ਸਰਕਾਰਾਂ ਵਿਚਕਾਰ ਪਹਿਲਾਂ ਹੀ ਚਰਚਾ ਹੋ ਚੁੱਕੀ ਸੀ। ਇਸ ਲਈ ਇਹ ਗੱਲ ਬਹੁਤ ਅਹਿਮੀਅਤ ਨਹੀਂ ਰੱਖਦੀ ਕਿ ਜਿਸ ਉਦੇਸ਼ ਲਈ ਨੋਟਬੰਦੀ ਕੀਤੀ ਗਈ ਹੈ ਉਹ ਪ੍ਰਾਪਤ ਹੋਵੇ ਜਾਂ ਫਿਰ ਨਾ ਹੋਵੇ। ਰਿਜ਼ਰਵ ਬੈਂਕ ਐਕਟ ਦੀ ਧਾਰਾ 26/2 ਤਹਿਤ ਕੇਂਦਰ ਦੀਆਂ ਸ਼ਕਤੀਆਂ ਦੇ ਮੁੱਦੇ ਤੇ ਜਸਟਿਸ BV ਨਾਗਰਤਨਾ ਦੀ ਰਾਏ ਜਸਟਿਸ BR ਗਵਈ ਤੋਂ ਵੱਖਰੀ ਸੀ ਔਰ ਜਸਟਿਸ BV ਨਾਗਰਤਨਾ ਨੇ ਕਿਹਾ ਕਿ 500 ਅਤੇ 1000 ਦੀ ਸੀਰੀਜ਼ ਦੇ ਨੋਟ ਸਿਰਫ ਕਾਨੂੰਨੀ ਰਾਹੀਂ ਰੱਦ ਕੀਤੇ ਜਾ ਸਕਦੇ ਨੇ, ਨੋਟੀਫਿਕੇਸ਼ਨ ਦੇ ਰਾਹੀਂ ਨਹੀਂ ਕੀਤੇ ਜਾ ਸਕਦੇ। ਇਸ ਨੂੰ ਸੰਸਦ ਦੇ ਵਿੱਚ ਇਹ ਮੁੱਦਾ ਨਹੀਂ ਉੱਠਿਆ। ਉਹਨਾਂ ਨੇ ਕਿਹਾ ਕਿ ਸੰਸਦ ਨੂੰ ਨੋਟਬੰਦੀ ਸੰਬੰਧੀ ਮਾਮਲੇ ਦੇ ਵਿੱਚ ਕਾਨੂੰਨ ਤੇ ਚਰਚਾ ਕਰਨੀ ਚਾਹੀਦੀ ਸੀ। ਪ੍ਰਕਿਰਿਆ ਗਜ਼ਟ ਨੋਟੀਫਿਕੇਸ਼ਨ ਰਾਹੀਂ ਨਹੀਂ ਹੋਣੀ ਚਾਹੀਦੀ ਸੀ। ਦੇਸ਼ ਲਈ ਅਜਿਹੇ ਮਹੱਤਵਪੂਰਨ ਮਾਮਲੇ ਵਿੱਚ ਸੰਸਦ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ। ਕੋਈ ਵੀ ਵੱਡਾ ਫੈਸਲਾ ਲੈਣਾ ਕੇਂਦਰ ਸਰਕਾਰ ਨੇ ਤਾਂ ਉਸ ਨੂੰ ਸੰਸਦ ਦੇ ਵਿੱਚ ਪਾਸ ਕਰਵਾਉਣਾ ਜ਼ਰੂਰੀ ਹੈ। ਇਹ ਇੱਕ ਜੱਜ ਵੱਲੋਂ ਕਿਹਾ ਗਿਆ, 4 ਦੀ ਰਾਏ ਵੱਖਰੀ ਸੀ ਤੇ 1 ਦੀ ਵੱਖਰੀ ਸੀ। ਸੁਪਰੀਮ ਕੋਰਟ ਵੱਲੋਂ ਆਏ ਨੋਟਬੰਦੀ ਦੇ ਉੱਪਰ ਇਸ ਫੈਸਲੇ ਦਾ ਕਈ ਜਗ੍ਹਾ ਤੇ ਸਵਾਗਤ ਹੋਇਆ ਤੇ ਕਈਆਂ ਨੇ ਵਿਰੋਧ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਵਕੀਲ P ਚਿਦੰਬਰਮ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਤੁਰੰਤ ਬਾਅਦ ਕਿਹਾ ਹੈ ਕਿ ਘੱਟ ਗਿਣਤੀ ਫੈਸਲੇ ਨੇ ਨੋਟਬੰਦੀ ਵਿੱਚ ਗੈਰ ਕਾਨੂੰਨੀ ਅਤੇ ਬੇਨਿਯਮੀਆਂ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ 4:1 ਦੇ ਬਹੁਮਤ ਦੇ ਫੈਸਲੇ ਨੇ ਇਸ ਸਵਾਲ ਨੂੰ ਸਪਸ਼ਟ ਕਰ ਦਿੱਤਾ ਕਿ ਨੋਟਬੰਦੀ ਦੇ ਉਦੇਸ਼ ਹਾਸਲ ਕੀਤੇ ਗਏ ਨੇ। ਤਾਂ ਇਸੇ ਤਰ੍ਹਾਂ ਹੁਣ ਸਵਾਲ ਜਿਹੜੇ ਆ ਉਹ ਭਾਜਪਾ ਨੇ ਰਾਹੁਲ ਗਾਂਧੀ ਤੇ ਉਠਾਇਆ। ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਭਾਜਪਾ ਨੇ ਨੋਟਬੰਦੀ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਿਕ ਕਰਾਰ ਦਿੱਤਾ ਤੇ ਨਾਲ ਦੀ ਨਾਲ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਤੇ ਪੁੱਛਿਆ ਕਿ ਕੀ ਉਹ ਦੇਸ਼ 'ਚ ਨੋਟਬੰਦੀ ਦੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਲੈ ਕੇ ਮਾਫੀ ਮੰਗਣਗੇ ਜਾਂ ਨਹੀਂ। ਚੋਣਾਂ ਦੇ ਵਿੱਚ OBC ਰਾਖਵਾਂਕਰਨ ਨੂੰ ਲੈ ਕੇ UP ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਹੁਣ ਬੁੱਧਵਾਰ ਨੂੰ ਸੁਣਵਾਈ ਕਰੇਗਾ। OBC ਲਈ ਰਾਖਵੇਂਕਰਨ ਤੋਂ ਬਿਨਾਂ ਨਗਰ ਕੌਂਸਲ ਦੀਆਂ ਅਤੇ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਉੱਤਰ ਪ੍ਰਦੇਸ਼ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਬੁੱਧਵਾਰ ਨੂੰ ਸੁਣਵਾਈ ਕਰੇਗੀ। ਚੀਫ ਜਸਟਿਸ DY ਚੰਦਰਚੂੜ ਅਤੇ ਜਸਟਿਸ PS ਨਰਸਿਮਹਾ ਦੀ ਬੈਂਚ ਨੇ ਰਾਜ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਲੋੜ ਹੈ।
ਉਧਰ ਬੰਬੇ ਹਾਈ ਕੋਰਟ ਨੇ ਸਾਲ 2008 ਦੇ ਮਾਲੇਗਾਂਵ ਧਮਾਕੇ ਦੇ ਮਾਮਲੇ ਦੇ ਵਿੱਚ ਲੈਫਟੀਨੈਂਟ ਕਰਨਲ ਪ੍ਰਸਾਦ ਸ਼੍ਰੀਕਾਂਤ ਪੁਰੋਹਿਤ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪੁਰੋਹਿਤ ਅਤੇ ਭਾਜਪਾ ਸੰਸਦ ਪ੍ਰਗਿਆ ਸਿੰਘ ਠਾਕੁਰ ਸਮੇਤ 6 ਹੋਰ ਮੁਲਜ਼ਮ ਜਿਹੜੇ ਸਤੰਬਰ 2008 ਦੇ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਨੇ। ਫਿਲਹਾਲ ਸਾਰੇ ਜ਼ਮਾਨਤ ਤੇ ਬਾਹਰ ਨੇ। ਪੁਰੋਹਿਤ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਆਪਣੀ ਰਿਹਾਈ ਲਈ ਅਪੀਲ ਕੀਤੀ ਸੀ ਕਿ ਉਸ ਦੇ ਜੋ ਮੁਕੱਦਮਾ ਚਲਾਉਣ ਲਈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਯਾਨੀ ਕਿ CRPC ਦੀਆਂ ਸੰਬੰਧਿਤ ਵਿਵਸਥਾ ਦੇ ਤਹਿਤ ਮਨਜ਼ੂਰੀ ਨਹੀਂ ਲਈ ਗਈ। ਇਸ ਕਰਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਇਸ ਨੂੰ ਖਾਰਜ ਕਰ ਦਿੱਤਾ ਗਿਆ। ਸੜਕ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਵ ਪੰਤ ਨੂੰ ICU ਤੋਂ ਸ਼ਿਫਟ ਕਰ ਦਿੱਤਾ ਗਿਆ। DDCA ਦੇ ਨਿਰਦੇਸ਼ਕ ਸ਼ਿਆਮ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਇਸ ਸੰਬੰਧੀ, ਔਰ DDCA ਨੇ ਕਿਹਾ ਕਿ ਲਾਗ ਤੋਂ ਬਚਣ ਦੇ ਲਈ ਰਿਸ਼ਵ ਪੰਤ ਨੂੰ ਜਿਹੜਾ ਸ਼ਿਫਟ ਕੀਤਾ ਗਿਆ। ਉਹਨਾਂ ਦੀ ਸਿਹਤ ਦੇ ਵਿੱਚ ਹੁਣ ਹੌਲੀ-ਹੌਲੀ ਸੁਧਾਰ ਆਉਣਾ ਸ਼ੁਰੂ ਹੋ ਚੁੱਕਿਆ ਹੈ। ਉਧਰ ਜੰਮੂ ਕਸ਼ਮੀਰ ਅਤੇ ਲਦਾਖ ਹਾਈ ਕੋਰਟ ਨੇ PDP ਮੁਖੀ ਮਹਿਬੂਬਾ ਮੁਫਤੀ ਦੀ ਮਾਂ ਨੂੰ ਪਾਸਪੋਰਟ ਨਾ ਦੇਣ ਤੇ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਪਾਸਪੋਰਟ ਅਧਿਕਾਰੀ CID ਦੇ ਬੁਲਾਰੇ ਵਜੋਂ ਕੰਮ ਨਹੀਂ ਕਰ ਸਕਦੇ। ਮਹਿਬੂਬਾ ਮੁਫਤੀ ਦੀ ਮਾਂ ਗੁਲਸ਼ਨ ਨਜ਼ੀਰ ਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਜਸਟਿਸ MA ਚੌਧਰੀ ਨੇ ਕਿਹਾ ਕਿ ਪਾਸਪੋਰਟ ਜਾਰੀ ਕਰਨ ਅਤੇ ਨਿਭਾਉਣ ਦੀ ਬੇਨਤੀ ਨੂੰ ਰੱਦ ਕਰਨ ਦਾ ਕੋਈ ਠੋਸ ਅਧਿਕਾਰ ਨਹੀਂ ਹੈ। ਗ੍ਰਿਫਤਾਰ ਅਭਿਨੇਤਾ ਸੀਜ਼ਾਨ ਖਾਨ ਦੇ ਪਰਿਵਾਰ ਅਤੇ ਉਸ ਦੀ ਕਾਨੂੰਨੀ ਟੀਮ ਨੇ ਅੱਜ ਮਰਹੂਮ ਅਭਿਨੇਤਰੀ ਤੁਨਿਸ਼ਾ ਸ਼ਰਮਾ ਦੀ ਮਾਂ ਜੋ ਵਿਨੀਤਾ ਸ਼ਰਮਾ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਸ ਦਾ ਮੋੜਵਾਂ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਤੁਨਿਸ਼ਾ ਨੂੰ ਕਦੇ ਵੀ ਮਜਬੂਰ ਨਹੀਂ ਕੀਤਾ ਇਸਲਾਮ ਕਬੂਲ ਕਰਨ ਦੇ ਲਈ। ਖਾਨ ਦੀਆਂ ਜਿਹੜੀਆਂ ਭੈਣਾਂ ਨੇ ਉਹ ਫਲਕ ਅਤੇ ਸ਼ਫਾਜ਼ ਤੇ ਨਾਲ ਦੀ ਨਾਲ ਮਾਂ ਤੇ ਉਹਨਾਂ ਦੇ ਵਕੀਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਵਿਨੀਤਾ ਸ਼ਰਮਾ ਜੋ ਤੁਨਿਸ਼ਾ ਸ਼ਰਮਾ ਦੀ ਮਾਤਾ ਆ ਉਹਨਾਂ ਦੇ 30 ਦਸੰਬਰ ਨੂੰ ਜੋ ਇਲਜ਼ਾਮ ਲਗਾਏ ਗਏ ਸੀ ਉਹਨਾਂ ਦਾਅਵਿਆਂ ਨੂੰ ਸਾਰਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਸਲਾਮ ਕਬੂਲ ਕਰਨ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਪਾਇਆ ਗਿਆ। ਇਸ ਤੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਹੜਾ ਸੀਜ਼ਾਨ ਦੀ ਇੱਕ ਭੈਣ ਨੇ ਕਿਹਾ ਕਿ ਜੋ ਫੋਟੋ ਵਾਇਰਲ ਹੋ ਰਹੀ ਹੈ ਤੁਨਿਸ਼ਾ ਦੀ ਨਕਾਬ ਵਾਲੀ ਤਾਂ ਹਿਜਾਬ ਪਹਿਨ ਕੇ, ਤਾਂ ਉਹ ਉਸਦੇ ਸੈੱਟ ਦੇ ਉੱਪਰ ਪਾਇਆ ਹੋਇਆ ਸੀ। ਉਸਨੇ ਉਸਦੇ ਇੱਕ ਹਿੱਸਾ ਸੀ ਇੱਕ ਸਕਰੀਨਿੰਗ ਦਾ, ਤਾਂ ਇਸ ਨੂੰ ਲੈ ਕੇ ਵਿਵਾਦ ਬਣਾਇਆ ਜਾ ਰਿਹਾ। ਜਦ ਕਿ ਇਹ ਜਿਹੜੀ ਸ਼ੋਅ ਦੇ ਦੌਰਾਨ ਇਹ ਸ਼ੂਟ ਕੀਤਾ ਗਿਆ ਸੀ ਹਿਜਾਬ ਵਾਲਾ ਸ਼ੂਟ, ਤਾਂ ਅਜਿਹੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਬਣਾਇਆ ਗਿਆ ਤੁਨਿਸ਼ਾ ਤੇ, ਨਾ ਹੀ ਅਸੀਂ ਕਿਹਾ ਉਹਨਾਂ ਨੂੰ ਕਿ ਕਦੀ ਵੀ ਤੁਸੀਂ ਆਪਣਾ ਧਰਮ ਬਦਲ ਕੇ ਸਾਡੇ ਧਰਮ ਦੇ ਵਿੱਚ ਆ ਜਾਵੋ। ਹਾਲਾਂਕਿ ਤੁਨਿਸ਼ਾ ਸ਼ਰਮਾ ਦੀ ਮਾਤਾ ਵਿਨੀਤਾ ਸ਼ਰਮਾ ਨੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੀ ਲੜਕੀ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ, ਇਸਲਾਮ ਧਰਮ ਕਬੂਲਣ ਦੇ ਲਈ ਜ਼ੋਰ ਪਾਇਆ ਗਿਆ। ਉਹਨਾਂ ਦੇ ਪਰਿਵਾਰ ਵੱਲੋਂ ਮੇਰੀ ਲੜਕੀ ਦੇ ਨਾਲ ਉਸ ਦਾ ਫਾਇਦਾ ਲਿਆ ਗਿਆ, ਆਰਥਿਕ ਤੌਰ ਦੇ ਉੱਪਰ ਵੀ ਫਾਇਦਾ ਲਿਆ ਗਿਆ ਔਰ ਜਿਸਮਾਨੀ ਤੌਰ ਦੇ ਉੱਪਰ ਸੀਜ਼ਾਨ ਨੇ ਉਹਨਾਂ ਦੀ ਧੀ ਦਾ ਫਾਇਦਾ ਚੱਕਿਆ। ਹੁਣ ਤੁਹਾਨੂੰ ਇੱਕ ਖਬਰ ਤੁਹਾਡੀ ਜਾਣਕਾਰੀ ਸੰਬੰਧੀ ਦੱਸਦੇ ਹਾਂ। ਅਕਸਰ ਤੁਸੀਂ ਰੇਲ ਦੇ ਵਿੱਚ ਸਫ਼ਰ ਕਰਦੇ ਹੋਵੋਗੇ ਤਾਂ ਤੁਹਾਨੂੰ ਇੱਕ ਖਬਰ ਦੱਸਦੇ ਹਾਂ ਤੇ ਇਸ ਦੇ ਵਿੱਚ ਤੁਸੀਂ ਵੀ ਆਪਣਾ ਲਾਭ ਲੈ ਸਕਦੇ ਹੋ। ਫ੍ਰੀ ਦੇ ਵਿੱਚ ਕਿਵੇਂ ਖਾਣਾ ਖਾਧਾ ਜਾ ਸਕਦਾ ਰੇਲਵੇ ਦੇ ਵਿੱਚ, ਤਾਂ ਰੇਲਵੇ ਯਾਤਰੀਆਂ ਵੱਲੋਂ ਕਈ ਸੁਵਿਧਾਵਾਂ ਅਜਿਹੀਆਂ ਦਿੱਤੀਆਂ ਜਾਂਦੀਆਂ ਰੇਲਵੇ ਨੇ ਯਾਤਰੀਆਂ ਨੂੰ ਕਈ ਸੁਵਿਧਾਵਾਂ ਦਿੱਤੀਆਂ ਹੋਈਆਂ ਜਿਨ੍ਹਾਂ ਤੋਂ ਅਸੀਂ ਸੁਚੇਤ ਨਹੀਂ ਹੈ, ਜਿਨ੍ਹਾਂ ਬਾਰੇ ਸਾਨੂੰ ਵੀ ਨਹੀਂ ਪਤਾ, ਤਾਂ ਇਹਨਾਂ ਦਾ ਲਾਭ ਲੈਣਾ ਤੁਹਾਡਾ ਅਧਿਕਾਰ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਸੁਵਿਧਾ ਦੇ ਬਾਰੇ ਪਤਾ ਵੀ ਨਹੀਂ ਹੈ। ਜੇਕਰ ਤੁਹਾਡੀ ਟ੍ਰੇਨ ਲੇਟ ਚੱਲਦੀ ਹੈ ਜਾਂ ਫਿਰ ਰਸਤੇ ਦੇ ਵਿੱਚ ਲੇਟ ਹੋ ਜਾਂਦੀ ਹੈ ਤਾਂ ਰੇਲਵੇ ਯਾਤਰੀਆਂ ਨੂੰ ਫ੍ਰੀ ਦੇ ਵਿੱਚ ਖਾਣਾ ਜਿਹੜਾ ਰੇਲ ਡਿਪਾਰਟਮੈਂਟ ਆ ਉਹ ਮੁਹੱਈਆ ਕਰਵਾਏਗਾ। ਰੇਲਵੇ ਦੇ ਨਿਯਮ ਮੁਤਾਬਕ ਜੇਕਰ ਕੋਈ ਟ੍ਰੇਨ 120 ਮਿੰਟ ਜਾਂ ਫਿਰ 2 ਘੰਟੇ ਲੇਟ ਹੁੰਦੀ ਹੈ ਤਾਂ ਯਾਤਰੀਆਂ ਨੂੰ ਫ੍ਰੀ ਦੇ ਵਿੱਚ ਨਾਸ਼ਤਾ ਮਿਲੇਗਾ। ਪਰ ਯਾਤਰੀਆਂ ਦੇ ਲਈ ਇਹ ਸੁਵਿਧਾ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈਸ ਵਿੱਚ ਉਪਲਬਧ ਹੁੰਦੀ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਅਕਸਰ ਟ੍ਰੇਨਾਂ ਲੇਟ ਹੋ ਜਾਂਦੀਆਂ ਨੇ, ਲੇਟ ਚੱਲਦੀਆਂ ਨੇ। ਜੇਕਰ ਟ੍ਰੇਨ ਲੇਟ ਹੁੰਦੀ ਹੈ ਤਾਂ ਤੁਸੀਂ ਵੀ ਇਸ ਸੁਵਿਧਾ ਦਾ ਜਿਹੜਾ ਲਾਭ ਲੈ ਸਕਦੇ ਹੋ। ਤੇ ਜੇਕਰ ਤੁਹਾਡੇ ਕੋਲ ਖਾਣਾ ਨਹੀਂ ਪਹੁੰਚਦਾ ਤਾਂ ਤੁਸੀਂ IRCTC ਤੋਂ ਸੁਵਿਧਾ ਦੀ ਮੰਗ ਕਰ ਸਕਦੇ ਹੋ। ਤੇ ਟ੍ਰੇਨਾਂ ਜਿਹੜੀਆਂ ਹੈਗੀਆਂ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈਸ ਦੇ ਵਿੱਚ ਹੀ ਇਹ ਸੇਵਾ ਮਿਲ ਸਕਦੀ ਹੈ ਜੇਕਰ ਟ੍ਰੇਨ 2 ਘੰਟੇ ਲੇਟ ਪਹੁੰਚਦੀ ਹੈ ਜਾਂ ਲੇਟ ਚੱਲਦੀ ਹੈ। ਤਾਂ ਹੁਣ ਨਜ਼ਰ ਮਾਰਦੇ ਹਾਂ ਵਿਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਤੇ ਜਿਸ ਦਾ ਲਿੰਕ ਜਿਹੜਾ ਪੰਜਾਬ ਦੇ ਨਾਲ ਵੀ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਸਰਕਾਰ ਦੀ। ਕੈਨੇਡਾ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ, ਖਾਸ ਕਰਕੇ ਝਟਕਾ ਜਿਹੜਾ ਦੇਖਣ ਨੂੰ ਮਿਲਦਾ ਪੰਜਾਬੀਆਂ ਨੂੰ। ਤਾਂ ਹੁਣ ਟਰੂਡੋ ਸਰਕਾਰ ਨੇ ਨਵੇਂ ਸਾਲ ਤੇ ਨਵੇਂ ਫਰਮਾਨ ਜਾਰੀ ਕਰ ਦਿੱਤੇ ਆ ਔਰ
ਭਾਰਤੀਆਂ ਦੇ ਨਾਲ ਕੈਨੇਡਾ ਦੇ ਵਿੱਚ ਗਏ ਹੋਏ ਕੋਈ ਵੀ ਵਿਦੇਸ਼ੀ ਜਿਹੜਾ ਹੈਗਾ ਹੁਣ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ। ਕੈਨੇਡਾ ਇਸ ਤੋਂ ਪਹਿਲਾਂ ਸਟੱਡੀ ਵੀਜ਼ੇ ਤੇ PR ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਇੱਕ ਝਟਕਾ ਦੇ ਚੁੱਕੀ ਹੈ, ਤਾਂ ਹੁਣ ਉੱਥੇ ਪ੍ਰਾਪਰਟੀ ਖਰੀਦਣ ਵਾਲਿਆਂ ਨੂੰ ਲੈ ਕੇ ਵੀ ਝਟਕਾ ਦੇ ਦਿੱਤਾ ਕਿ ਕੋਈ ਵੀ ਵਿਦੇਸ਼ੀ ਹੁਣ ਕੈਨੇਡਾ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ। ਤਾਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਨੂੰ ਲੈ ਕੇ ਵਿਦੇਸ਼ੀਆਂ ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਜਿਹੜੀ ਵਪਾਰਕ ਹੋਵੇਗੀ, ਵਪਾਰਕ ਜਿਹੜੀ ਕਮਰਸ਼ੀਅਲ ਜ਼ਮੀਨ ਹੋਵੇਗੀ, ਉਸ ਦੇ ਬਾਰੇ ਹਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਪਰ ਜਿਹੜਾ ਹੈ ਉਹ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ ਲੈ ਕੇ ਨਿਯਮ ਜਿਹੜੇ ਲਾਗੂ ਕਰ ਦਿੱਤੇ ਗਏ ਨੇ ਔਰ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਨਵੇਂ ਸਾਲ ਤੋਂ ਕਰ ਦਿੱਤੀ ਗਈ ਹੈ। ਇਹ ਦੇਖੇ ਜਾਵੇ ਤਾਂ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਕੈਨੇਡਾ ਦੇ ਵਿੱਚ ਵਸੇ ਹੋਏ ਨੇ ਕੈਨੇਡਾ ਦੇ ਅੰਦਰ, ਤਾਂ ਉਹਨਾਂ ਨੂੰ ਜ਼ਰੂਰ ਝਟਕਾ ਲੱਗਿਆ ਜਿਹੜੇ ਉੱਥੇ ਵਿਦੇਸ਼ਾਂ ਭਾਰਤ ਤੋਂ ਕੈਨੇਡਾ ਪਹੁੰਚੇ ਹੋਏ ਆ, ਉਹ ਹੁਣ ਜ਼ਮੀਨ ਰਹਿਣ ਦੇ ਲਈ ਨਹੀਂ ਖਰੀਦ ਸਕਦੇ। ਤਾਂ ਦੂਸਰੇ ਪਾਸੇ ਪਾਬੰਦੀਸ਼ੁਦਾ ਹਥਿਆਰਾਂ ਨੂੰ ਮੁੜ ਖਰੀਦਣ ਦੇ ਸਬੰਧ ਵਿੱਚ ਫੈਡਰਲ ਸਰਕਾਰ ਕਈ ਬਦਲ ਵਿਚਾਰ ਕਰ ਰਹੀ ਹੈ। ਖੁਲਾਸਾ ਜਿਹੜਾ ਹੈ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸੀਨੋ ਨੇ ਕੀਤਾ ਹੈ। ਫੈਡਰਲ ਸਰਕਾਰ ਨੇ ਦੇਖਿਆ ਜਾਵੇ ਤਾਂ ਫੈਡਰਲ ਸਰਕਾਰ ਨੇ AR-15 ਅਤੇ ਰੂਗਰ ਮਿੰਨੀ 14 ਸਮੇਤ ਹਥਿਆਰਾਂ ਦੇ 1500 ਮਾਡਲ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ। ਇਹਨਾਂ ਹਥਿਆਰਾਂ ਨੂੰ ਮੁੜ ਖਰੀਦਣ ਵਾਸਤੇ ਪ੍ਰਸਤਾਵਿਤ ਪ੍ਰੋਗਰਾਮ ਤਹਿਤ ਹਥਿਆਰਾਂ ਦੇ ਮਾਲਕਾਂ ਨੂੰ ਜਾਂ ਤਾਂ ਆਪਣੇ ਇਹ ਹਥਿਆਰ ਸਰਕਾਰ ਨੂੰ ਵੇਚਣੇ ਹੋਣਗੇ ਜਾਂ ਫਿਰ ਫੈਡਰਲ ਸਰਕਾਰ ਦੇ ਖਰਚੇ ਉੱਤੇ ਇਹਨਾਂ ਨੂੰ ਖਤਮ ਕਰਵਾਉਣਾ ਹੋਵੇਗਾ। ਇਹ ਫੈਸਲਾ ਕਰ ਰਹੀ ਹੈ ਔਰ ਬਦਲ ਵਿਚਾਰ ਕੀਤੀ ਜਾ ਰਹੀ ਹੈ। ਜਿਹੜੇ ਹਥਿਆਰ ਪਾਬੰਦੀਸ਼ੁਦਾ ਹਥਿਆਰ ਨੇ ਉਹਨਾਂ ਨੂੰ ਮੁੜ ਤੋਂ ਖਰੀਦਣ ਦੇ ਲਈ ਫੈਡਰਲ ਸਰਕਾਰ ਹੁਣ ਕਈ ਬਦਲ ਵਿਚਾਰ ਕਰ ਰਹੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕੁਮਾਰ ਦਹਿਲ ਪ੍ਰਚੰਡ 10 ਜਨਵਰੀ ਨੂੰ ਭਰੋਸੇ ਦਾ ਵੋਟ ਪੇਸ਼ ਕਰਨਗੇ। ਪ੍ਰਚੰਡ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਐਤਵਾਰ ਪਿਛਲੇ ਸਾਲ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ ਤੇ ਸੋਮਵਾਰ ਅਗਲੇ ਦਿਨ 26 ਦਸੰਬਰ ਨੂੰ ਉਹਨਾਂ ਨੇ PM ਦੇ ਅਹੁਦੇ ਦਾ ਹਲਫ ਲਿਆ ਸੀ। ਤਾਂ ਹੁਣ ਉਹ ਆਪਣੇ 10 ਜਨਵਰੀ ਨੂੰ ਭਰੋਸੇ ਦਾ ਵੋਟ ਪੇਸ਼ ਕਰਨ ਜਾ ਰਹੇ ਨੇ। ਫਿਲਹਾਲ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।